ਦੋਸਤੋ, ਪੰਜਾਬ ਹੈਰੀਟੇਜ ਦੇ ਹਫਤਾਵਾਰੀ ਖਬਰਾਂ ਤੇ ਚਰਚਾ ਵਾਲੇ ਅੰਕ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਨੇ ਅੱਜ ਪੰਜਾਬੀ ਮੀਡੀਆ ਨਾਲ ਜੁੜੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾਕਟਰ ਹਰਜਿੰਦਰ ਸਿੰਘ ਵਾਲੀਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਜੋ ਵੀ ਘਟਨਾਕ੍ਰਮ ਵਾਪਰ ਰਿਹਾ ਹੈ ਉਸ ਦੀ ਜਾਣਕਾਰੀ ਤੁਹਾਡੇ ਤੱਕ ਵੱਖ-ਵੱਖ ਮੀਡੀਆ ਦੇ ਰੂਪਾਂ ਰਾਹੀਂ ਪਹੁੰਚਦੀ ਰਹਿੰਦੀ ਹੈ। ਉਹਨਾਂ ਤੇ ਚਰਚਾ ਕਰਕੇ ਉਹਨਾਂ ਦਾ ਵਿਸ਼ਲੇਸ਼ਣ ਤੁਹਾਡੇ ਤੱਕ ਲੈ ਕੇ ਆਉਣਾ ਕਿ ਕਿਸ ਖਬਰ ਦਾ ਸਮਾਜਿਕ ਪੱਧਰ ਤੇ ਕਿੰਨਾ ਅਸਰ ਹੋਇਆ ਹੈ, ਇਸ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਕੁਝ ਵਿਚਾਰ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਇਸ ਪ੍ਰੋਗਰਾਮ ਵਿੱਚ ਉਹਨਾਂ ਮੁੱਦਿਆਂ ਨੂੰ ਲਿਆ ਜਾਵੇ ਜਿਹੜੇ ਮੁੱਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਬੈਠੇ ਸਾਰੇ ਪੰਜਾਬੀਆਂ ਨੂੰ ਪ੍ਰਭਾਵਿਤ ਕਰਦੇ ਹੈ। ਡਾਕਟਰ ਹਰਜਿੰਦਰ ਸਿੰਘ ਵਾਲੀਆ, ਤੁਹਾਡਾ ਸਵਾਗਤ ਹੈ ਪੰਜਾਬ ਹੈਰੀਟੇਜ ਵਿੱਚ। ਸ਼ੁਕਰੀਆ ਜੀ ਸੰਤ ਸਾਹਿਬ। ਹਾਂ, ਮੈਂ ਵਾਲੀਆ ਸਾਹਿਬ ਸਭ ਤੋਂ ਪਹਿਲਾਂ ਗੱਲ ਇੱਥੋਂ ਸ਼ੁਰੂ ਕਰਨੀ ਚਾਹੁੰਦਾ ਕਿ ਸਾਡਾ ਪ੍ਰੋਗਰਾਮ ਵੀ ਨਵਾਂ ਹੈ ਤੇ ਸਰਕਾਰ ਵੀ ਨਵੀਂ ਹੈ। ਸਰਕਾਰ ਨੂੰ ਆਪਣੀ ਹੋਂਦ 'ਚ ਆਏ ਵੀ ਹਫਤਾ 10 ਦਿਨ ਹੀ ਹੋਏ ਹੈ। ਅਸੀਂ ਪਹਿਲਾਂ ਆਪਣੀ ਗੱਲ ਇੱਥੋਂ ਸ਼ੁਰੂ ਕਰੀਏ ਕਿ ਇੱਕ ਸਰਕਾਰ ਦੇ ਬਣਨ ਤੋਂ ਪਹਿਲਾਂ ਦਾ ਸਮਾਂ ਹੁੰਦਾ ਹੈ ਅਤੇ ਇੱਕ ਸਰਕਾਰ ਦੇ ਬਣਨ ਤੋਂ ਬਾਅਦ ਦਾ ਸਮਾਂ। ਪਹਿਲਾਂ ਦੇ ਸਮੇਂ ਦੇ ਵਿੱਚ ਅਸੀਂ ਵਾਅਦੇ, ਲੋਕਾਂ ਨੂੰ ਵੱਡੀਆਂ ਵੱਡੀਆਂ ਚੀਜ਼ਾਂ ਦੇਣ ਬਾਰੇ ਵਿਸ਼ਵਾਸ ਦਿਵਾਉਣਾ, ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਚੱਲਦੇ ਹਾਂ। ਜਦੋਂ ਸਰਕਾਰ ਬਣ ਜਾਂਦੀ ਹੈ, ਹਕੀਕਤ ਸਾਡੇ ਸਾਹਮਣੇ ਹੁੰਦੀ ਹੈ, ਸਾਨੂੰ ਸਾਧਨਾਂ ਬਾਰੇ, ਸਾਡੀ ਸਮਰੱਥਾ ਬਾਰੇ ਤੇ ਆਉਣ ਵਾਲੇ ਸਮੇਂ ਦੀਆਂ ਮਜਬੂਰੀਆਂ ਬਾਰੇ ਅਤੇ ਆਪਣੀ ਤਾਕਤ ਬਾਰੇ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਸਰਕਾਰ ਦੇ ਇਸ ਪਹਿਲੇ ਦਿਨਾਂ ਨੂੰ ਕਿਸ ਰੂਪ ਦੇ ਵਿੱਚ ਦੇਖਦੇ ਹੋ? ਦੇਖੋ ਸੰਧੂ ਸਾਹਿਬ, ਜੋ ਸਰਕਾਰ ਨੇ ਪਹਿਲਾਂ ਵਾਅਦੇ ਕੀਤੇ ਨਾ ਵੋਟਾਂ ਲੈਣ ਲਈ, ਕੇਜਰੀਵਾਲ ਸਾਹਿਬ ਆਉਂਦੇ ਸੀ ਕਿ ਜੀ ਮੈਂ ਗਰੰਟੀ ਲੈ ਕੇ ਆਇਆ ਜੀ, ਤੇ ਕੇਜਰੀਵਾਲ ਦੀਆਂ ਗਰੰਟੀਆਂ ਤੁਸੀਂ ਦੋ ਤਿੰਨ ਤਾਂ ਬਹੁਤ ਅਹਿਮ ਨੇ। ਪਹਿਲੀ ਗਰੰਟੀ ਕਿ 300 ਯੂਨਿਟ ਬਿਜਲੀ ਫ੍ਰੀ ਦੇਵਾਂਗੇ ਜੀ। ਦੂਜੀ ਗਰੰਟੀ ਕਿ 18 ਸਾਲ ਤੋਂ ਉੱਪਰ ਹਰ ਔਰਤ ਨੂੰ 1000 ਰੁਪਇਆ ਉਹਦੇ ਖਾਤੇ 'ਚ ਪਾਵਾਂਗੇ। ਬਿਲਕੁਲ, ਇਹ ਗਰੰਟੀਆਂ ਸੀ। ਇਹਨੂੰ ਆਪਾਂ ਸਾਈਡ ਤੇ ਰੱਖਦੇ, ਇਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ, ਕਿਉਂਕਿ ਸਾਨੂੰ ਵੀ ਪਤਾ ਹੈ, ਅਸੀਂ ਉਦੋਂ ਵੀ ਲਗਾਤਾਰ ਸਵਾਲ ਕਰਦੇ ਸੀ ਕਿ ਤੁਹਾਡੇ ਕੋਲ ਕੋਈ ਰੋਡ ਮੈਪ ਹੈ, ਪੈਸਾ ਆਊ ਕਿੱਥੋਂ? ਤੇ ਪੈਸੇ ਦਾ ਹਾਲ ਇਹ ਹੈ, ਪਹਿਲੀ ਮੁਲਾਕਾਤ 'ਚ ਜਦੋਂ ਮੰਗਿਆ ਭਗਵੰਤ ਮਾਨ ਨੇ, ਮਨੋਹਰ ਲਾਲ ਖੱਟਰ ਕਹਿੰਦਾ ਠੁੱਠਾ ਫੜ ਕੇ ਮੰਗਣ ਚੱਲ ਪਏ। ਉਦੋਂ ਤੁਸੀਂ ਗਰੰਟੀਆਂ ਜਦੋਂ ਦੇ ਰਹੇ ਸੀ, ਉਦੋਂ ਕਿਉਂ ਨਹੀਂ ਸੋਚਿਆ? ਹੁਣ ਆਪਣੀਆਂ ਗਰੰਟੀਆਂ ਆਪ ਪੂਰੀਆਂ ਕਰੋ। ਸੋ ਇੱਕ ਗੱਲ ਤਾਂ ਇਹਨੂੰ ਆਪਾਂ ਹਾਲੇ ਵੀ ਨਹੀਂ ਛੇੜਦੇ, ਲੇਕਿਨ ਇਸ ਤੋਂ ਇਲਾਵਾ ਫਿਰ ਸਰਕਾਰ ਨੇ ਸੋਚਿਆ ਜੇ ਹੁਣ ਤੱਕ 10 ਮਾਰਚ ਨੂੰ ਸਹੁੰ ਚੁੱਕੀ ਹੈ, 10 ਮਾਰਚ ਤੋਂ ਲੈ ਕੇ ਹੁਣ ਤੱਕ ਦੀ ਜੀ ਗੱਲ ਇਸ ਨਵੀਂ ਸਰਕਾਰ ਦੀ ਕਰੀਏ, ਇਹਨਾਂ ਨੇ ਬਿਨਾਂ ਪੈਸੇ ਤੋਂ ਕੰਮ ਕਰਨ ਵਾਲੇ ਕੋਈ ਐਸੇ ਜਿਹੜੇ ਲੋਕਾਂ 'ਚ ਇਹਨਾਂ ਨੂੰ ਪਾਪੂਲਰ ਕਰਨ, ਭਗਵੰਤ ਮਾਨ ਦੀ ਗੱਲ ਤੇ ਤਾੜੀਆਂ ਮਾਰਨ, ਉਹ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਸਭ ਤੋਂ ਪਹਿਲੀ ਤਾਂ ਗੱਲ ਇਹ ਕੀਤੀ ਕਿ 23 ਮਾਰਚ ਨੂੰ 16 ਮਾਰਚ ਨੂੰ ਸਹੁੰ ਚੁੱਕਣੀ ਹੈ, 10 ਮਾਰਚ ਨੂੰ ਰਿਜ਼ਲਟ ਆਏ, 23 ਮਾਰਚ ਨੂੰ ਇੱਕ ਨੰਬਰ ਜਾਰੀ ਕਰਾਂਗੇ ਕਿ ਰਿਸ਼ਵਤ ਰੋਕਾਂਗੇ, ਆਹ ਨੰਬਰ ਹੈ ਜੀ ਸਾਡਾ। ਇਹ ਕੀਤਾ। ਚਲੋ ਇਹਦੇ ਮਾਮਲੇ 'ਚ ਆਪਾਂ ਬਹੁਤ ਵਾਰ ਗੱਲ ਕੀਤੀ ਵੀ ਚਲੋ ਠੀਕ ਹੈ, ਫਿਰ ਵੀ ਕੋਈ ਰਿਸ਼ਵਤ ਦੇ ਵਿਰੁੱਧ ਇੱਕ ਮਾਹੌਲ ਤਾਂ ਪੈਦਾ ਹੋ ਰਿਹਾ ਹੈ, ਭਾਵੇਂ ਕਿ ਇਹਦੇ ਬਾਰੇ ਤੇ ਗੁਜਰਾਤ ਜਾ ਕੇ ਕੇਜਰੀਵਾਲ ਇਹ ਕਹਿੰਦਾ ਸੁਣਿਆ ਗਿਆ, ਜਾ ਕੇ ਆਪਣੇ ਦੋਸਤਾਂ ਨੂੰ ਫੋਨ ਕਰ ਲਓ ਕਿ ਤੁਸੀਂ ਜੀ ਉੱਥੇ ਰਿਸ਼ਵਤ ਖਬਰ ਜਿਹੜੀ ਹੈ ਬਿਲਕੁਲ ਹੀ ਭਗਵੰਤ ਮਾਨ ਨੇ ਖਤਮ ਕਰਤੀ। ਦੇਖੋ ਗੱਲ ਇਹ ਹੈ, ਆਪਣੇ ਦਰਸ਼ਕਾਂ ਨੂੰ ਵੀ ਪਤਾ ਹੈ ਕਿ 1.5 ਲੱਖ ਸ਼ਿਕਾਇਤਾਂ ਆਈਆਂ ਨੇ, ਹਾਲੇ 3 ਦਾ ਹੋਇਆ, 1 ਕਲਰਕ ਤੇ 2 ਥਾਣੇਦਾਰ ਤੇ ਤਿੰਨ ਕੇਸ ਜਿਹੜੇ ਹਾਲ ਤੱਕ ਉਹਦੇ 'ਚ ਹੋਏ ਨੇ ਜੀ। ਤੇ 1 ਰੋਪੜ ਤੋਂ ਆਡਿਟ ਵਾਲਾ ਬੰਦਾ ਫੜਿਆ। ਇਹਦਾ ਮਤਲਬ 1.5 ਲੱਖ 'ਚੋਂ 3, 1 ਕਲਰਕ, ਥਾਣੇਦਾਰ 3 ਤੇ 1 ਕਲਰਕ ਜਿਹੜਾ ਆਡਿਟ ਵਾਲਾ ਅਸਿਸਟੈਂਟ। ਇਹ ਤੋਂ ਇਲਾਵਾ ਕੁਛ ਨਹੀਂ, ਲੇਕਿਨ ਦਾਅਵਾ ਇਹ ਕੀਤਾ ਹੈ ਗੁਜਰਾਤ 'ਚ ਜਾ ਕੇ ਕਿ ਪੰਜਾਬ 'ਚ ਰਿਸ਼ਵਤ ਖਤਮ ਹੋ ਗਈ। ਹੋ ਸਕਦਾ ਮਾਹੌਲ ਜਿਹਾ ਜ਼ਰੂਰ ਬਣਿਆ, ਛਾਪੇ ਮਾਰਦੇ ਨੇ ਜਾ ਕੇ ਰੇਤ ਮਾਫੀਆ ਨੂੰ ਰੋਕਣ ਦੇ, ਲੇਕਿਨ ਰੇਤ ਮਾਫੀਆ ਰੋਕ ਕੇ ਜਿਹੜਾ ਪੈਸਾ ਇਕੱਠਾ ਕਰਨ ਸੀ ਉਹਦੇ ਬਾਰੇ ਹਾਲੇ ਕੋਈ ਗੱਲ ਨਹੀਂ ਹੋਈ। ਲੇਕਿਨ ਚਲੋ ਹਾਲ ਦੀ ਘੜੀ ਆਪਾਂ ਇਹ ਕਹਿ ਦਿੰਦੇ ਹਾਂ। ਫਿਰ ਆਜੋ ਅਗਲਾ, ਇਹ ਤਾਂ ਪਹਿਲਾ ਐਲਾਨ ਸੀ ਜੀ ਸਰਕਾਰ ਦਾ 16 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ। ਮੈਂ ਬਿਲਕੁਲ ਜ਼ਿਕਰ ਨਹੀਂ ਕਰਦਾ ਵੀ 16 ਮਾਰਚ ਨੂੰ
ਜਾਂ 13 ਮਾਰਚ ਨੂੰ ਜਦੋਂ ਉੱਥੇ ਅੰਮ੍ਰਿਤਸਰ ਸਾਹਿਬ ਵਿੱਚ ਰੋਡ ਸ਼ੋਅ ਕੀਤਾ ਹੈ, ਬੱਸਾਂ ਕਿਵੇਂ ਲੈ ਕੇ ਗਏ, ਜਾਂ ਇਹ ਗੱਲ ਬਿਲਕੁਲ ਕਹਿਣੀ ਕਿ 3-4 ਕਰੋੜ ਰੁਪਈਆ ਉੱਥੇ ਲਾਤਾ ਸਹੁੰ ਦਾ, ਚਲੋ ਕੋਈ ਗੱਲ ਨਹੀਂ, ਸਹੁੰ ਚੱਕ ਲਈ ਇਹਨਾਂ ਨੇ, ਉਹ ਗੱਲਾਂ ਛੱਡਤੀਆਂ। ਫਿਰ ਅਗਲਾ ਐਲਾਨ ਬੁੱਤ ਲਾਉਣੇ ਦੇ ਤੋਂ ਕਰ ਲਈਏ ਕਿ ਬੁੱਤ ਲਾਵਾਂਗੇ, ਬੁੱਤ ਨਹੀਂ ਲੱਗਣੇ ਕਿਉਂਕਿ ਕਾਨੂੰਨੀ ਪੱਖ ਨਹੀਂ ਦੇਖਿਆ ਗਿਆ। ਇਹ ਵੀ ਗੱਲ ਨੂੰ ਆਪਾਂ ਛੱਡ ਹੀ ਦਿੰਦੇ, ਚਲੋ ਬੁੱਤ ਦਾ ਨਹੀਂ ਪਤਾ ਲੱਗਿਆ, ਅਫਸਰਾਂ ਨੇ ਨਹੀਂ ਉਹਨਾਂ ਨੂੰ ਕੀਤਾ। ਲੇਕਿਨ ਇੱਕ ਵਧੀਆ ਵੱਡਾ ਐਲਾਨ ਕੀਤਾ ਜਿਹਦੇ ਪ੍ਰਸ਼ੰਸਾ ਜਿਹੜੀ ਹੈ ਸਰਕਾਰ ਨੂੰ ਦਿੱਤੀ, ਉਹ ਸੀ ਪੈਨਸ਼ਨਾਂ ਦੇ ਮਾਮਲੇ ਵਿੱਚ। ਕਿਹਾ ਇਹ ਗਿਆ ਇੱਕ ਪੈਨਸ਼ਨ ਇੱਕ MLA, ਪਰ ਉਹ ਹੈ ਕਿ MLA ਦੀ ਪੈਨਸ਼ਨ ਤਾਂ ਇੱਕ ਹੀ ਹੁੰਦੀ ਹੈ, ਬਾਕੀ ਜਿਹੜੇ 66% ਇਨਕਰੀਜ਼ ਸੀ ਉਹਨੂੰ ਰੋਕਣ ਵਾਲੀ ਗੱਲ ਲੋਕਾਂ ਨੇ ਕਾਫੀ ਐਪਰੀਸ਼ੀਏਟ ਕੀਤੀ, ਕਿਉਂਕਿ ਪੰਜਾਬ ਦੇ ਵਿੱਚ 234% ਮਹਿੰਗਾਈ ਪਤਾ ਨਾਲ ਲਾਉਂਦੇ ਸੀ ਤੇ ਜਿਹੜੀ ਪੈਨਸ਼ਨ ਹੈ ਉਹ 75,000 ਤੋਂ ਵੱਧ ਜਾਂਦੀ ਸੀ ਤੇ ਹੁਣ 50,000 ਆਏ ਸਾਲ ਇਨਕਰੀਜ਼ ਹੁੰਦਾ ਸੀ। ਜਿਹੜੀ 6.5 ਲੱਖ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਦੀ ਪੈਨਸ਼ਨ ਬਣ ਗਈ ਜੀ। ਭੁੰਦੜ ਦੀ, ਰਜਿੰਦਰ ਕੌਰ ਪੱਠਲ ਦੀ 3.3 ਲੱਖ, ਸਭ ਦਾ ਇਹੀ ਸੀ। ਲੇਕਿਨ ਇਹਦੇ ਚ ਮੈਂ ਉਦੋਂ ਵੀ ਕਿਹਾ ਸੀ ਵੀ ਜਿਹਦੀ ਗਲਤੀ ਸੀ ਉਹਨੇ ਐਕਸਟੈਂਸ਼ਨ ਲੈਣ ਲਈ ਇਹ ਕੰਮ ਕੀਤਾ ਸੀ, ਲੇਕਿਨ ਉਹਨੇ ਪੰਜਾਬ ਦੇ ਖਜ਼ਾਨੇ ਨੂੰ 92 ਕਰੋੜ ਦਾ ਘਾਟਾ ਪਾ ਕੇ ਗਈ ਹੈ ਬੀਬੀ ਉਹ ਜੀ। ਜਿਹੜੀ ਵਿਧਾਨ ਸਭਾ 'ਚ ਸੀ। ਇੱਕ ਜਾਂਚ ਹੋਣੀ ਚਾਹੀਦੀ ਹੈ ਉਹਨੇ ਕਿਹਨੇ ਕੀਤੀ, ਕਿਉਂਕਿ ਜਿਹੜੇ ਕਿਤੇ ਵੀ ਨਹੀਂ ਇਹ ਕਿਸੇ ਵੀ ਆਧਾਰ ਤੇ 234% ਨਹੀਂ, ਉਹ ਤਾਂ ਜਿੰਨੀ ਮੁਲਾਜ਼ਮਾਂ ਦੀ ਵੱਧਦੀ ਹੈ ਉਵੇਂ ਵਧਣੀ ਚਾਹੀਦੀ ਸੀ। ਚਲੋ ਇਹ ਗੱਲ ਹੋ ਗਈ। ਫਿਰ ਆਪਾਂ ਜੇ ਅਗਲੀ ਗੱਲ ਕਰੀਏ ਇਹ ਪੈਨਸ਼ਨ ਤੋਂ ਬਾਅਦ ਅਗਲਾ ਸਰ, ਜੇ ਆਪਾਂ ਇਸ ਨੂੰ 3 ਹਿੱਸਿਆਂ 'ਚ ਵੰਡ ਲਈਏ, ਕਿਉਂਕਿ ਜਿੰਨੇ ਵਿਧਾਨ ਸਭਾ ਦੇ ਇਹਨਾਂ ਨੇ ਹੁਣ ਰੀਸੈਂਟ ਸੈਸ਼ਨ ਕੀਤਾ ਜਾਂ ਉਸ ਤੋਂ ਪਿਛਲੇ ਸੈਸ਼ਨ ਰਹੇ, ਉਹਨਾਂ ਦੇ ਵਿੱਚ ਮੋٹے ਤੌਰ ਤੇ ਜਿਹੜੇ ਇਹਨਾਂ ਦੇ ਵਾਅਦੇ ਸੀ ਉਹ 3 ਤਰੀਕੇ ਨਾਲ ਸਮਰਾਈਜ਼ ਕੀਤੇ ਜਾ ਸਕਦੇ ਹੈ। ਇੱਕ ਤਾਂ ਉਹ 'ਚ ਪ੍ਰਮੁੱਖ ਮਸਲਾ ਰਾਜਧਾਨੀ ਦਾ, ਦੂਸਰਾ ਮਸਲਾ ਸੀ ਪੰਜਾਬ ਦੀ ਜਵਾਨੀ ਦਾ, ਤੀਸਰਾ ਮਸਲਾ ਸੀ ਪੰਜਾਬ ਦੇ ਪਾਣੀਆਂ ਦਾ, ਕਿਉਂਕਿ ਇਹਨਾਂ ਦੇ ਨਾਲ ਇਹਨਾਂ ਦੇ ਸੈਂਟਰ ਸਟੇਟ ਰਿਲੇਸ਼ਨ, ਕਿਸਾਨੀ ਨਾਲ ਸੰਬੰਧ ਤੇ ਜਿਸ ਕਿਸਮ ਦਾ ਸੰਘੀ ਢਾਂਚੇ ਤੇ ਮਤਲਬ ਪ੍ਰੈਸ਼ਰ ਪੈ ਰਿਹਾ ਉਸ ਦੀ ਗੱਲ। ਕੇਜਰੀਵਾਲ ਦਾ ਦਿੱਲੀ ਨਾਲ ਸੰਬੰਧ ਕਿਹੋ ਜਿਹਾ ਰਹੂਗਾ, ਕੇਜਰੀਵਾਲ ਬਾਕੀ ਰਾਜਾਂ ਦੇ ਬਨਸਪਤ ਪੰਜਾਬ ਨੂੰ ਕਿਵੇਂ ਦੇਖੂਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਚੁਣੌਤੀਆਂ। ਇਹਦੇ ਵਿੱਚ ਇਹਨਾਂ ਨੇ ਵਿਧਾਨ ਸਭਾ 'ਚੋਂ ਪਾਸ ਕੀਤਾ, ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਵਾਰੀ ਪਾਸ ਹੋਇਆ, ਇਹਦਾ ਕੋਈ ਨਤੀਜਾ ਨਿਕਲੂਗਾ ਕਿ ਨਹੀਂ, ਕੀ ਇਸ ਨੂੰ ਇੱਕ ਵਾਰੀ ਪਾਸ ਕਰਕੇ ਚਰਚਾ ਦੇ ਵਿੱਚ ਫੇਰ ਲਿਆਂਦਾ ਹੈ। ਉਧਰਲੇ ਪਾਸੇ MSP ਦਾ ਮੁੱਦਾ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਹੈ, ਇਹ ਸਾਰਾ ਰਾਜਧਾਨੀ ਦੇ ਨਾਲ ਸੰਘੀ ਢਾਂਚੇ ਦੇ ਨਾਲ ਜੁੜੀ ਹੋਈ ਗੱਲ ਹੈ। ਇਹਨਾਂ ਸਾਰੇ ਪੱਖਾਂ ਬਾਰੇ ਗਾਹੇ ਵਗਾਹੇ ਗੱਲ ਕਰਦੇ ਰਹਿੰਦੇ ਹੈ। ਜੇ ਸਭ ਤੋਂ ਪਹਿਲਾਂ ਅਸੀਂ ਰਾਜਧਾਨੀ ਕੇਂਦਰ ਤੇ ਸੰਘੀ ਢਾਂਚੇ ਦੇ ਆਪਸੀ ਸੰਬੰਧਾਂ ਦੀ ਗੱਲ ਕਰੀਏ ਤਾਂ ਉਹਨੂੰ ਤੁਸੀਂ ਪੰਜਾਬ ਦੇ ਸੰਬੰਧ 'ਚ ਤੇ ਨਵੀਂ ਸਰਕਾਰ ਦੇ ਸੰਬੰਧ 'ਚ ਕਿਵੇਂ ਦੇਖਦੇ ਹੋ? ਦੇਖੋ, ਤੁਸੀਂ ਮੈਨੂੰ ਉਦੋਂ ਜਿਹੜਾ ਸਵਾਲ ਕੀਤਾ ਮੈਂ ਉਹਦਾ ਜਵਾਬ ਦੇਣਾ ਸ਼ੁਰੂ ਕਰਤਾ। ਤੁਸੀਂ ਕਿਹਾ ਵੀ ਹੁਣ ਤੱਕ ਦੀ ਇਹਨਾਂ ਦਾ ਐਨਾਲਿਸਿਸ ਕਰ ਦਿਓ, ਆਪਾਂ ਕੱਲਾ ਉਹ ਪੜ੍ਹ ਲੈਣਾ। ਹੁਣ ਤੁਸੀਂ ਇਹ ਕਹਿਣਾ ਆਪਾਂ ਇਹ ਗੱਲ ਕਰ ਲੈਨੇ, ਲੇਕਿਨ ਮੈਂ ਉਹ ਗੱਲ ਸਮਾਪਤ ਜ਼ਰੂਰ ਕਰਨਾ ਜਿਹੜੀ ਮੈਂ ਕਰ ਰਿਹਾ। ਬਿਲਕੁਲ। ਦੇਖੋ, ਉਹਦੇ 'ਚ ਕਈ ਫੈਸਲੇ ਲਏ, ਮੈਂ ਜਿਹੜੀ ਕਹਿਣਾ ਚਾਹੁੰਦਾ ਕਿ ਸਾਰੇ ਫੈਸਲੇ ਜਿਹੜੇ ਉਦੋਂ ਬਾਅਦ ਲਏ ਗਏ ਉਹਨਾਂ 'ਚ ਫੀਸ ਮਾਫੀ ਵਾਲਾ ਉਹ ਵੀ ਕਾਨੂੰਨੀ ਤੌਰ ਤੇ ਨਹੀਂ ਠੀਕ, ਕਿਉਂਕਿ 8% ਹਾਈ ਕੋਰਟ ਨੇ ਕਿਹਾ ਹੋਇਆ, ਤੇ ਫੀ ਰੈਗੂਲੇਟਰੀ ਐਕਟ ਵੀ 8%, ਈਵਨ ਜੇ ਵੱਧ ਲਾਉਣਾ ਤਾਂ ਵੀ ਸਪੈਸ਼ਲ ਪਰਮਿਸ਼ਨ ਨਾ ਹੋ ਸਕਦਾ। ਮਾਨ ਸਾਹਿਬ ਨੇ ਉਹ ਵੀ ਕਾਨੂੰਨੀ ਪੱਖ ਨਹੀਂ ਦੇਖਿਆ, ਜਿਵੇਂ ਬੁੱਤਾਲਾ ਨੇ ਕਾਨੂੰਨੀ ਪੱਖ ਦੇਖਿਆ। ਤੇ ਮਾਨ ਸਾਹਿਬ ਨੇ ਇੱਕ ਹੋਰ ਵੀ ਹੁਣ ਲੇਟੈਸਟ ਕੀਤਾ ਸੀ, ਜਿਹੜਾ ਉਹਨਾਂ ਨੇ ਇਹ ਕਿਹਾ ਸੀ ਕਿ ਜੀ ਘਰ ਘਰ ਰਾਸ਼ਨ, ਉਹ ਵੀ ਪੋਸੀਬਲ ਨਹੀਂ, ਕਿਉਂਕਿ ਕੱਲ ਤੁਹਾਡੇ ਸਾਹਮਣੇ ਆ ਕਿ ਡਿਪੂ ਹੋਲਡਰ ਪੰਜਾਬ ਦੇ ਇਕੱਠੇ ਹੋ ਕੇ ਉਹ ਕਹਿੰਦੇ ਇਹ ਤਾਂ ਪੋਸੀਬਲ ਹੀ ਨਹੀਂ ਹੈ, ਸਾਨੂੰ ਤਾਂ ਪਹਿਲਾ ਕਮਿਸ਼ਨ ਦਿਓ, ਫਿਰ ਸਾਡਾ 50 ਰੁਪਏ ਪ੍ਰਤੀ ਕੁਆਂਟਲ ਕਮਿਸ਼ਨ ਮਿਲਦਾ। ਹੁਣ ਉਹ ਕਹਿੰਦੇ ਸਾਨੂੰ 200 ਰੁਪਇਆ ਦਿਓ, ਫਿਰ ਅਸੀਂ ਘਰ ਘਰ ਪਹੁੰਚਾਵਾਂਗੇ। ਉਹਦੇ ਲਈ ਮਸ਼ੀਨਾਂ ਵੀ ਨਹੀਂ ਹੈਗੀਆਂ, ਪੇਸ ਮਸ਼ੀਨਾਂ ਜਿਹਨੂੰ ਕਹਿੰਦੇ ਨੇ, ਉਹ 'ਚ ਵੀ ਪੈਸਾ ਇਨਵੋਲਵ ਹੈ। ਮੇਰਾ ਪੁਆਇੰਟ ਹੈ ਵੀ ਹਾਲੇ ਤੱਕ ਇਹ ਸਰਕਾਰ ਨੇ ਜੋ ਕੁਝ ਕੀਤਾ ਹੈ ਉਹਦੇ ਕਈ ਪੱਖ ਨੇ ਜਿਹੜੇ ਤੇ ਵਿਚਾਰ ਕੀਤੀ ਜਾ ਸਕਦੀ ਹੈ। ਲੇਕਿਨ ਤੁਹਾਡੇ ਸਵਾਲ ਦੇ ਜਵਾਬ ਤੇ ਆਉਣ ਤੋਂ ਪਹਿਲਾਂ ਸੰਧੂ ਸਾਹਿਬ, ਮੈਂ ਇਹ ਕਹਿਣਾ ਚਾਹੁੰਦਾ, ਇਹਨਾਂ ਦਿਨਾਂ 'ਚ ਇੱਕ ਬਹੁਤ ਹੀ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਜਿਹਦੇ 'ਚ ਭਗਵੰਤ ਮਾਨ ਨੂੰ ਨਹੀਂ ਪੁੱਛਿਆ ਗਿਆ, ਉਹ ਫੈਸਲਾ ਸੀ 5 ਰਾਜ ਸਭਾ ਦੀਆਂ ਸੀਟਾਂ ਦਾ। ਜਿਸ ਤਰੀਕੇ ਨਾਲ ਇਹ ਸੀਟਾਂ ਭਰੀਆਂ ਗਈਆਂ, ਜਿਸ ਤਰੀਕੇ ਨਾਲ ਉੱਥੇ ਬੰਦੇ ਭੇਜੇ ਗਏ, ਜੋ ਮਰਜ਼ੀ ਹੋਵੇ, ਚਾਹੇ ਉਹ ਬੋਲੇ ਨਹੀਂ, ਚਾਹੇ ਇਹਨਾਂ ਦੇ MLA ਜਾਂ ਭਗਵੰਤ ਮਾਨ ਨਹੀਂ ਬੋਲਿਆ, ਪਰ ਉਹ ਪੰਜਾਬ ਦੇ ਲਈ ਕੋਈ ਬਹੁਤ ਵਧੀਆ ਗੱਲ ਨਹੀਂ ਹੈ। ਇਹ ਸ਼ਗਨ ਮਾੜਾ ਹੋਇਆ ਕਿ ਪਤਾ ਲੱਗਣ ਲੱਗਿਆ ਕਿ ਹਾਲਾਤ ਐਸੇ ਕਦੇ ਬਣ ਸਕਦੇ ਨੇ। 2 ਬੰਦੇ ਤੁਹਾਡੇ ਸਾਹਮਣੇ
ਬਾਹਰਲੇ ਆ ਗਏ। ਇੱਕ ਤਾਂ ਛੱਤੀਸਗੜ੍ਹ ਦਾ ਹੀ ਹੈ ਤੇ ਇੱਕ ਜਿਹੜਾ ਮਾਡਲ ਬਣਿਆ ਹੋਇਆ ਹੈ ਰਾਘਵ ਚੱਡਾ ਉਹ ਹੈ ਤੇ ਦੋ ਅਮੀਰ ਬੰਦੇ ਨੇ, ਇੱਕ ਅਸ਼ੋਕ ਮਿੱਤਲ ਜਿਹਦਾ ਬੇਸਿਕਲੀ ਕੰਟਰਡਿਕਸ਼ਨ ਹੈ। ਕਹਿੰਦੇ ਕੀ ਨੇ ਇਹ ਤਾਂ ਇੱਕ ਪਾਸੇ ਤਾਂ ਕਹਿੰਦੇ ਵਿੱਦਿਆ ਜਿਹੜੀ ਹੈ ਉਹ ਪਬਲਿਕ ਸੈਕਟਰ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਵਾਂਗੇ, ਦੂਜੇ ਪਾਸੇ ਨਿੱਜੀ ਯੂਨੀਵਰਸਿਟੀ ਸਭ ਤੋਂ ਵੱਡੀ ਯੂਨੀਵਰਸਿਟੀ ਦਾ ਬੰਦਾ। ਔਰ ਮਾੜੀ ਗੱਲ ਇਹ ਹੋਈ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ, ਇੱਕ ਅੱਖਰ ਵੀ ਨਹੀਂ ਬੋਲੇ ਪੰਜਾਂ ਚੋਂ, ਮਤਲਬ ਸੁੱਚੇ ਮੂੰਹ ਬੈਠੇ ਨੇ ਹਾਲੇ ਤੱਕ, ਜਿਹੜੇ ਪੰਜਾਬ ਦੇ ਹੱਕ 'ਚ ਇੱਕ ਅੱਖਰ ਨਹੀਂ ਬੋਲੇ ਹਾਲੇ ਤੱਕ। ਇਹਨਾਂ ਨੂੰ ਕੌਣ ਰੋਕਦਾ? ਜਦੋਂ ਇਹਨਾਂ ਨੇ ਸਰਟੀਫਿਕੇਟ ਲੈ ਲਏ ਰਾਜ ਸਭਾ ਦੇ ਮੈਂਬਰ ਬਣ ਗਏ। ਇਹ ਸਵਾਲਾਂ ਦੇ ਘੇਰੇ 'ਚ ਰਾਜ ਸਭਾ 'ਚ ਵਾਲੀਆ ਸਾਹਿਬ ਭੇਜਣ ਦਾ ਪਰਪਸ ਹੀ ਇਹ ਹੁੰਦਾ ਕਿ ਉਹ ਸਟੇਟ ਨੂੰ ਡਿਫੈਂਡ ਕਰ ਬਿਲਕੁਲ ਨਹੀਂ ਕੀਤਾ ਨਾ, ਹਾਂਜੀ, ਹਾਂਜੀ। ਕਰਨਗੇ ਨਹੀਂ, ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ, ਕਿਉਂਕਿ ਉਹਨਾਂ ਨੇ ਹਾਲੇ ਤੱਕ ਇੱਕ ਅੱਖਰ ਬੋਲਿਆ ਨਹੀਂ। ਹਰਭਜਨ ਨੂੰ ਪਤਾ ਹੀ ਕੁਛ ਨਹੀਂ, ਉਹ ਤਾਂ ਆਪਦੀ ਕਮੇਟੀ ਕਰਨ 'ਚ ਹੈ। ਤੇ ਦੋ ਜਿਹੜੇ ਅਮੀਰ ਆਦਮੀ ਨੇ ਉਹਨਾਂ ਦੇ ਆਪਦੇ ਇੰਟਰਸਟ ਨੇ, ਉਹ ਤਾਂ ਸੈਂਟਰ ਦੇ ਖਿਲਾਫ ਕਿੱਥੋਂ ਬੋਲ ਦੇਣਗੇ। ਤੇ ਰਹੀ ਗੱਲ ਜਿਹੜੀ ਹੈ, ਇਹ ਦੋ ਬੰਦੇ ਨੇ, ਇਹ ਪੰਜਾਬੀ ਨਹੀਂ ਹੈ, ਇਹਨਾਂ ਦਾ ਪੰਜਾਬ ਨਾਲ ਮੋਹ ਕਿੰਨਾ ਕੁ ਹੈ। ਸੋ ਇਸ ਕਰਕੇ ਇਹ ਹਾਲ ਦੀ ਘੜੀ ਜਿਹੜਾ ਮਰਜ਼ੀ ਮਸਲਾ ਚੱਕ ਲਈਏ ਸਵਾਲਾਂ ਦੇ ਵਿੱਚ ਆਈ ਹੋਈ ਹੈ। ਹਾਲੇ ਤਾਂ ਬਚ ਗਏ, ਹੋ ਸਕਦਾ ਹਾਲੇ ਵੀ ਕੋਈ ਪਤਾ ਨਹੀਂ ਕਿ ਜਿਹੜਾ ਸੈਕਟਰੀ ਹੈ ਪ੍ਰਮੁੱਖ ਸਕੱਤਰ ਜਿਹਨੂੰ ਕਹਿੰਦੇ ਨੇ, ਉਹ ਵੀ ਪਤਾ ਲੱਗਿਆ ਕਿ ਦਿੱਲੀ ਤੋਂ ਆਪਦਾ ਦੋਸਤ ਭੇਜ ਰਹੇ ਨੇ, ਲਾ ਰਹੇ ਨੇ। ਜੇ ਉਹ ਲੱਗ ਜਾਂਦਾ ਫਿਰ ਤਾਂ ਬਿਲਕੁਲ ਹੀ ਦਿੱਲੀ ਚਲਾਓ, ਇਹ ਵੀ ਗੱਲ ਸਮਝ ਆਓ। ਤੋ ਹੁਣ ਆਪਾਂ ਜਿਹੜਾ ਤੁਸੀਂ ਸਵਾਲ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਜਿਹੜਾ ਮਸਲਾ, ਪੰਜਾਬ ਦੇ ਚੰਡੀਗੜ੍ਹ ਦਾ ਮਸਲਾ, ਰਾਜਧਾਨੀ ਦਾ ਮਸਲਾ, ਪਾਣੀ ਦਾ ਮਸਲਾ, ਜੋ ਮਸਲੇ ਜਿਹੜੇ ਉੱਠਣ, ਪਾਣੀ ਦਾ ਹਾਲੇ ਉੱਠਣਾ ਹੈ, ਲੇਕਿਨ ਚੰਡੀਗੜ੍ਹ ਦੇ ਮਸਲੇ ਦੇ ਸੰਧੂ ਸਾਹਿਬ ਬੜੀ ਹਾਲ ਦੀ ਘੜੀ ਮੈਂ ਇਹ ਕਹਿ ਸਕਦਾ ਕਿ ਇਹ ਇੱਥੇ ਵੀ ਇੱਕ ਲੀਪਾ ਪੋਚੀ ਕੀਤੀ ਗਈ ਹੈ। ਇਹ ਕੋਈ ਜਿਹੜੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਤੁਸੀਂ ਕੇਂਦਰ ਨਾਲ ਕਦੋਂ ਕੀ ਲੈ ਲਓਗੇ। ਤੋਂ 7ਵਾਂ ਮਤਾ ਪਾਸ ਹੋਇਆ ਕਿ ਚੰਡੀਗੜ੍ਹ ਪੰਜਾਬ ਨੂੰ ਦਿਓ। ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਮਤੇ ਬਹੁਤ ਪਾਸ ਹੁੰਦੇ ਨੇ। ਮੈਂ ਇਹ ਕਹਿਣਾ ਕਿ ਮਤਿਆਂ ਨਾਲ ਕੁਛ ਨਹੀਂ ਮਿਲਦਾ, ਮੋਰਚਿਆਂ ਨਾਲ ਮਿਲਦਾ ਹੈ। ਮੋਰਚਾ ਲਾਉਣ ਦੀ ਕੈਪੈਸਿਟੀ ਨਹੀਂ ਕਿਸੇ 'ਚ। ਮੋਰਚਾ ਲਾਉਣ ਵਾਲੀ ਪਾਰਟੀ ਚੁੱਪ ਕਰੀ ਬੈਠੀ ਹੈ, ਜਾਂ ਉਹਨੂੰ ਲੋਕਾਂ ਨੇ ਇੱਕ ਪਾਸੇ ਨਕਾਰਾ ਕਰਕੇ ਬਿਠਾਤਾ। ਤੇ ਮੋਰਚਾ ਉਹ ਅਕਾਲੀ ਲਾ ਸਕਦੇ ਸੀ, ਅਕਾਲੀ ਮੋਰਚਾ ਦਾ ਇਤਿਹਾਸ ਤੁਸੀਂ ਕਿਤਾਬ ਪੜ੍ਹ ਕੇ ਦੇਖ ਲਓ, ਤੇ ਉਹ ਲਾ ਨਹੀਂ, ਉਹ ਪੋਜੀਸ਼ਨ 'ਚ ਵਾਲੀਆ ਸਾਹਿਬ ਇਹ ਹੋਇਆ ਕਿ ਮੋਰਚਿਆਂ ਦੇ ਇਤਿਹਾਸ ਵਾਲੀ ਪਾਰਟੀ ਨੇ ਪਹਿਲਾਂ ਹੀ ਜਿਹੜੇ ਪੰਜਾਬ ਦੇ ਹੱਕ ਸੀ ਉਹ ਉਹਨਾਂ ਡਾਇਰੈਕਟਲੀ ਕੇਂਦਰ ਕੋਲੇ ਗਹਿਣੇ ਰੱਖਤੇ। ਜਦੋਂ ਦੋਸਤੀ ਪਾ ਲਈ ਉਧਰ, ਹਾਂਜੀ, ਤੇ ਫਿਰ ਇਹਦਾ ਮਤਲਬ ਤਾਂ ਇਹ ਹੋਇਆ ਜਿਹੜੀ ਚੰਡੀਗੜ੍ਹ ਦੀ ਤੁਸੀਂ ਗੱਲ ਕਰਦੇ ਹੋ ਸੰਧੂ ਸਾਹਿਬ, ਪਹਿਲੇ ਦਿਨ ਤੋਂ 47 ਤੋਂ ਪਹਿਲਾਂ ਬੜਾ ਪਲੋਸਿਆ, ਮਾਸਟਰ ਤਾਰਾ ਸਿੰਘ ਨੂੰ ਪਲੋਸ ਕੇ, ਬਲਦੇਵ ਸਿੰਘ ਨੂੰ, ਇਹਨਾਂ ਸਾਰਿਆਂ ਨਾਲ। ਸੱਚੀ ਗੱਲ ਤਾਂ ਇਹ ਹੈ, ਲੇਕਿਨ ਤੁਹਾਡੇ ਯਾਦ ਹੋ, ਇਹ ਤਾਂ ਔਨ ਰਿਕਾਰਡ ਹੈ ਕਿ ਜਦੋਂ ਆਜ਼ਾਦੀ ਮਿਲ ਗਈ, ਕਿਹਾ ਮਾਸਟਰ ਤਾਰਾ ਸਿੰਘ ਨੇ ਪੰਡਿਤ ਨਹਿਰੂ ਨੂੰ, ਉਹ ਕਹਿੰਦਾ ਇਹ ਅਬ ਤੋਂ ਵੀ ਸਮਾਂ ਬਦਲ ਗਿਆ। ਮਾਸਟਰ ਨੇ ਤਾਰਾ ਸਿੰਘ ਨੂੰ ਕਿਹਾ ਇਹਨਾਂ ਨੇ, ਬਸ ਇਹ ਅਬ ਤੋਂ ਸਮਾਂ ਬਦਲ ਗਿਆ। ਤੇ ਸਮਾਂ ਐਸਾ ਬਦਲਿਆ, ਪਹਿਲੇ ਨੋਟਿਸ ਜਿਹੜਾ ਨੋਟੀਫਿਕੇਸ਼ਨ ਆਉਂਦਾ ਕਿ ਸਿੱਖ ਜਿਹੜੇ ਨੇ ਜਰਾਇਮ ਪੇਸ਼ਾ ਕੌਮ ਹੈ, ਤੇ ਜਿਹੜੇ ਬੰਦੇ ਨੇ ਹਾਈਲਾਈਟ ਕੀਤਾ ਉਹ ICS ਸਰਦਾਰ ਕਪੂਰ ਸਿੰਘ, ਉਹਨੂੰ ਕੱਢ ਕੇ ਮਾਰਿਆ ਆਪਦੀ ਉਹਦੇ 'ਚੋਂ। ਤੇ ਲੇਕਿਨ ਉਹ ਬੰਦਾ ਜਦੋਂ ਲੋਕ ਸਭਾ 'ਚ ਜਿਸ ਤਰ੍ਹਾਂ ਦੇ ਭਾਸ਼ਣ ਉਹਨੇ ਦਿੱਤੇ, ਉਹਨਾਂ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਚਲੋ ਉਹ ਆਪਣਾ ਵਿਸ਼ਾ ਨਹੀਂ, ਵਿਸ਼ਾ ਹੈ ਕਿ ਬਾਕੀਆਂ ਨੂੰ ਜੇ ਚੰਡੀਗੜ੍ਹ ਮਿਲ ਆਪਣੀ ਰਾਜਧਾਨੀ ਮਿਲ ਸਕਦੀ ਹੈ, ਪੰਜਾਬ ਨੂੰ ਨਾ ਤਾਂ ਭਾਸ਼ਾ ਦੇ ਨਾਂ 'ਤੇ ਸਟੇਟ ਮਿਲੀ, ਪੰਜਾਬ ਨੂੰ ਨਾ ਜੇ ਸਟੇਟ ਮੋਰਚਾ ਲਾ ਕੇ ਲਈ ਵੀ ਤਾਂ ਉਹ ਲੰਗੜੀ ਸਟੇਟ ਦਿੱਤੀ ਗੁਜ਼ਾਰੀ ਨਾਲ ਨੰਦਾ ਨੇ, ਤੇ ਮਿਲਿਆ ਕੁਛ ਨਹੀਂ ਪੰਜਾਬ ਨੂੰ। ਹੁਣ ਹਾਲਾਤ ਇਹ ਬਣੇ ਪਏ ਨੇ ਕਿ ਪੰਜਾਬ ਦੇ ਕੋਲ, ਵੈਸੇ ਜੇ ਥੋੜ੍ਹਾ ਜਿਹਾ ਪਿੱਛੇ ਜਾਈਏ, 53 'ਚ ਇੱਕ ਰਮੋਲੋ ਨਾਂ ਦਾ ਬੰਦਾ ਉਹਨੇ ਜਾਨ ਦਿੱਤੀ ਸੀ, ਉਹਦੇ ਵਿੱਚ ਉਹਦੇ ਨਤੀਜੇ ਵਜੋਂ ਆਂਧਰਾ ਬਣਿਆ ਜੀ, ਉਹ 'ਚੋਂ ਤਾਮਿਲਨਾਡੂ ਨਿਕਲਿਆ। ਤਾਂ ਸਾਨੂੰ ਕੁਛ ਨਹੀਂ। ਜਿਹੜੀ ਦਰਸ਼ਨ ਸਿੰਘ ਫੇਰੂਮਾਨ 74 ਦਿਨ ਵਰਤ ਤੋਂ ਬਾਅਦ ਦੁਨੀਆ ਤੋਂ ਚਲਾ ਗਿਆ, ਕੀ ਨਿਕਲਿਆ ਜੀ? ਜਿਹੜੀ ਬਾਰ-ਬਾਰ ਧੋਖਾ, ਕਦੇ ਨਹਿਰੂ ਨੇ ਧੋਖਾ, ਕਦੇ ਇੰਦਰਾ ਗਾਂਧੀ ਨੇ ਧੋਖਾ। ਸੋ ਇਸ ਦਾ ਮਤਲਬ ਕਾਂਗਰਸ ਤੋਂ ਕੋਈ ਉਮੀਦ ਨਹੀਂ ਰੱਖੀ ਵਾਲੀਆ ਸਾਹਿਬ, ਨਹਿਰੂ ਤੁਹਾਡੀ ਗੱਲ ਵਿੱਚ ਹੈ, ਨਹਿਰੂ ਦੀ ਤੇ ਇੰਦਰਾ ਗਾਂਧੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜੇ ਕੋਈ ਮਹਾਰਾਸ਼ਟਰ ਦਾ ਬੰਦਾ, ਬੰਗਾਲ ਦਾ ਬੰਦਾ ਆਪਣੀ ਭਾਸ਼ਾ ਦੀ, ਆਪਣੇ ਸੂਬੇ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦਾ ਹੈ, ਤਾਂ ਉਹਨੂੰ ਉਹ ਮੰਨਦੇ ਆ ਕਿ ਰਾਸ਼ਟਰਵਾਦੀ ਹੈ, ਸੂਬਾ ਪ੍ਰਸਤੀ ਕਰਦਾ ਹੈ। ਜੇ ਕੋਈ ਇਹੀ ਗੱਲ ਪੰਜਾਬ ਦਾ ਬੰਦਾ ਕਰਦਾ ਹੈ, ਉਹਨੂੰ ਅੱਤਵਾਦੀ ਬਣਾ ਦਿੰਦੇ ਆ। ਇਹ ਮਤਲਬ ਜਿਹੜਾ ਡਿਊਲ ਸਟੈਂਡਰਡ ਹੈ, ਇੱਕ ਚੀਜ਼ ਨੂੰ ਸਮਝਣ ਦਾ, ਇੱਕ ਪੱਖ ਨੂੰ ਸਮਝਣ ਦਾ, ਕਿਉਂਕਿ ਜੇ ਅਸੀਂ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ ਪੰਜਾਬੀ, ਤਾਂ ਅਸੀਂ ਅੱਤਵਾਦ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਹਾਂ। ਇਹਦੇ ਪਿੱਛੇ ਕਿਸ ਕਿਸਮ ਦੀ ਭਾਵਨਾ ਕੰਮ ਕਰਦੀ? ਨਹੀਂ, ਉਹ ਤਾਂ ਦੇਖੋ, ਜਦੋਂ ਉਹਨਾਂ ਦੀ ਪਹਿਲੀ ਚਿੱਠੀ ਨੇ ਜਦੋਂ ਕ੍ਰਿਮੀਨਲ ਬਣਾਤਾ, ਜਰਾਇਮ ਪੇਸ਼ਾ ਬਣਾਤਾ,
ਤੇ ਉਦੋਂ ਬਾਅਦ ਤਾਂ ਫਿਰ ਇਹ ਹੈ, ਤਾਂ ਹੀ ਤਾਂ ਫਿਰ ਲੋਕਾਂ 'ਚ ਵਿਗਿਆਨਗੀ ਦੀ ਜਿਹੜੀ ਭਾਵਨਾ ਕਿਉਂ ਆਉਂਦੀ ਹੈ, ਇਸੇ ਕਰਕੇ ਆਈ ਨਾ। ਜਿਹੜੀ ਗੱਲ ਫਿਰ ਦੂਜੀ ਗੱਲ ਹੈ ਵੀ ਸਾਡੇ ਕੋਲ ਉਹਨਾਂ ਨਾਲ ਫਰਕ ਹੈ। ਜੀ। ਸਾਡੀ ਗਲਤੀਆਂ ਕਈ ਰਹੀਆਂ, ਸਾਡੇ ਜਰਨਲਿਜ਼ਮ ਨੇ, ਪੱਤਰਕਾਰੀ ਨੇ ਗਲਤੀਆਂ ਕੀਤੀਆਂ। ਗਲਤੀਆਂ ਇਹ ਵੀ ਰਹੀਆਂ ਕਿ ਜਦੋਂ ਅੰਗਰੇਜ਼ ਆਉਂਦੇ ਨੇ ਨਾ ਪੰਜਾਬ 'ਚ, ਜੀ। ਉਦੋਂ ਬਾਅਦ ਜੇ ਸਿੰਘ ਸਭਾ ਲਹਿਰ ਚੱਲਦੀ ਹੈ ਤਾਂ ਗੁਰਮੁਖੀ ਨੂੰ ਅਪਣਾ ਕੇ ਇਹਨੂੰ ਸਿੱਖਾਂ ਨਾਲ ਜੋੜਤਾ ਕਿ ਪੰਜਾਬੀ ਸਿੱਖਾਂ ਦੀ ਹੈ, ਹਿੰਦੀ ਹਿੰਦੂਆਂ ਦੀ ਹੈ, ਉਰਦੂ ਮੁਸਲਮਾਨਾਂ ਦੀ ਹੈ। ਬਿਲਕੁਲ ਉਵੇਂ ਹੀ ਚੱਲਿਆ। ਫਿਰ ਉਸ ਨੇ ਜਿਹੜਾ ਕੁਝ ਕੀਤਾ, ਆ ਜਿਹੜੀ ਤੁਸੀਂ ਗੱਲ ਕਰਦੇ ਸਿੰਘ ਹੋ, ਸਭਾ, ਬ੍ਰਹਮੋ ਸਮਾਜ, ਸਾਰੀਆਂ ਲਹਿਰਾਂ ਚੱਲਦੀਆਂ, ਉਹਦੇ ਨਾਲ ਕੀ ਹੋਇਆ? ਜਿਹੜਾ ਤੁਹਾਡੇ ਵਾਲਾ ਕੰਮ, ਬੰਗਾਲ ਤਾਂ ਬੰਗਾਲੀ ਹੈ, ਮਤਲਬ ਦੋ ਵੱਡੇ ਕਲਚਰ ਦੇ, ਤੁਸੀਂ ਤਾਂ ਪੜ੍ਹਾ ਰਹੇ ਹੋ ਨਾ, ਦੋ ਵੱਡੇ ਕਲਚਰ ਦੇ ਦੋ ਹਿੱਸੇ ਹੁੰਦੇ ਨੇ, ਇੱਕ ਹੁੰਦਾ ਰਿਲੀਜਨ, ਦੂਜਾ ਹੁੰਦਾ ਲੈਂਗੁਏਜ। ਸਾਡਾ ਲੈਂਗੁਏਜ ਇੱਕ ਸੀ, ਅਸੀਂ ਧਰਮ ਦੇ ਨਾਂ ਤੇ 10-12 ਲੱਖ ਲੋਕ ਮਰਵਾਤੇ, ਤੇ ਬੰਗਾਲ ਵਾਲਿਆਂ ਦਾ ਧਰਮ ਇੱਕ ਸੀ, ਉਹਨਾਂ ਨੇ ਭਾਸ਼ਾ ਦੇ ਨਾਂ ਤੇ ਉੱਥੇ ਜ਼ੁਲਮ ਕੀਤੇ, ਤਾਂ ਬੰਗਲਾਦੇਸ਼ ਬਣਿਆ। ਤੇ ਸਾਡੀ ਭਾਸ਼ਾ ਇੱਕ ਨਹੀਂ ਸੀ, ਜਿਹਦੀ ਭਾਸ਼ਾ ਪੰਜਾਬੀ ਸੀ ਉਹਨੂੰ ਅਲੱਗ ਕਰਕੇ ਸਿੱਖਾਂ ਨਾਲ ਜੋੜਤਾ। ਤੇ ਜਿਹਨੂੰ ਤੁਸੀਂ ਹੁਣ ਜਦੋਂ ਚੱਲ ਰਹੀ ਸੀ ਐਜੀਟੇਸ਼ਨ ਕਿਸਾਨਾਂ ਦੀ, ਉਦੋਂ ਵੀ ਅੱਤਵਾਦੀ, ਖਾਲਿਸਤਾਨੀ, ਬੜਾ ਕੁਝ ਕਿਹਾ ਜਾਂਦਾ। ਸੋ ਇਹ ਗੱਲ ਜਿਹੜੀ ਹੈ ਨਾ, ਚੰਡੀਗੜ੍ਹ ਦੇ ਨਾਂ ਤੇ ਬਾਰ-ਬਾਰ ਧੋਖਾ ਦੇਣਾ, ਬਾਰ-ਬਾਰ। ਹੁਣ ਜਿਹੜੇ ਬੰਦੇ ਕੱਲ ਮਨੋਹਰ ਲਾਲ ਖੱਟਰ, ਜਿਹੜਾ ਸੰਧੂ ਸਾਹਿਬ ਕਹਿੰਦਾ ਹੈ ਕਿ ਜੀ ਪੰਜਾਬੀ ਜਿਹੜਾ ਹੈ ਮਾਫੀ ਮੰਗਣ, ਜਾਂ ਇਹ ਮਾਨ ਮਾਫੀ ਮੰਗੇ, ਜਾਂ ਦੂਜਾ ਅਨਿਲ ਵਿਜ ਅੱਜ ਕਹਿੰਦਾ ਇਹ ਨਵੇਂ ਨੇ, ਇਹਨਾਂ ਦੇ ਤਾਂ ਹਲੇ ਦੁੱਧ ਵਾਲੇ ਦੰਦ ਨਹੀਂ ਟੁੱਟੇ, ਇਹ ਪਾਰਟੀ ਨੂੰ ਪਤਾ ਕੁਛ ਨਹੀਂ, ਇਹ ਤਾਂ ਜੀ ਇਹਦੇ ਨਾਲ ਤਾਂ SYL ਦਾ ਮਸਲਾ ਵੀ ਹੈ, ਇਹਦੇ ਨਾਲ ਤਾਂ ਹਿੰਦੀ ਬੋਲਦੇ ਇਲਾਕੇ ਵੀ ਨੇ, ਚੰਡੀਗੜ੍ਹ ਤੇ ਸਾਡਾ ਵੀ ਹੱਕ ਹੈ। ਇਹਨਾਂ ਦਾ ਕਿੱਥੋਂ ਹੱਕ ਹੈ ਜੀ? ਚੰਡੀਗੜ੍ਹ ਉਹਨਾਂ ਨੂੰ ਪੈਸਾ ਦਿੱਤਾ ਹੈ, ਔਰ 10 ਕਰੋੜ ਉਹ ਦਿੱਤਾ, 10 ਕਰੋੜ ਲੋਨ ਦਿੱਤਾ, ਉਜੜੇ ਪੰਜਾਬ ਦੇ 37 ਪਿੰਡ ਖੰਡ ਦੇ ਇਹ ਜਿਹੜੇ ਉਜੜੇ ਹੋਏ ਨੇ। ਸੋ ਉਹਨਾਂ ਦਾ ਕੋਈ ਹੱਕ ਨਹੀਂ, ਉਹ ਝੂਠ ਬੋਲਦੇ ਨੇ ਕਿਉਂਕਿ ਹੁਣ ਉਹਨਾਂ ਦੀ ਮੈਜੋਰਟੀ ਹੈ, ਤੇ ਉਹ ਇਸ ਕਰਕੇ ਉਹ ਕਹਿ ਰਹੇ ਨੇ। ਔਰ ਬਾਰ-ਬਾਰ ਜਿਹੜਾ ਹੈ ਪੰਜਾਬ ਨਾਲ ਧੋਖਾ ਹੋ ਰਿਹਾ। ਹੁਣ ਇਹਨਾਂ ਨੂੰ ਹੌਲੀ-ਹੌਲੀ ਡੈਮ ਸੇਫਟੀ ਦੇ ਨਾਂ ਤੇ, ਔਰ ਉਦੋਂ ਬਾਅਦ BBM ਵੀ ਹੁਣ 60-40 ਦੀ ਰੇਸ਼ੋ, ਪਰ ਉਹਦੇ ਪਿੱਛੇ ਸੱਚ ਮੰਨੋ ਕਸੂਰ ਸੰਧੂ ਸਾਹਿਬ ਸਾਡੀਆਂ ਪੋਲੀਟੀਕਲ ਪਾਰਟੀ ਦਾ, ਜਿਹੜੀਆਂ ਸੁੱਤੀਆਂ ਰਹੀਆਂ, ਜਿਹੜੀਆਂ ਨੇ ਬਿਲਕੁਲ ਆਵਾਜ਼ ਨਹੀਂ ਬੁਲੰਦ ਕੀਤੀ। ਜਿਹੜੀ ਪਾਰਟੀ ਹੁਣ ਕਹਿੰਦੀ ਹੈ, ਜਿਹੜੀ ਵੋਟਾਂ ਮੰਗ ਰਹੀ ਸੀ ਵੀ ਅਸੀਂ ਖੇਤਰੀ ਪਾਰਟੀ ਹੈ, ਉਸ ਵੇਲੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਨੂੰ ਪੰਥਕ ਕਹਿੰਦਾ ਹੈ, ਉਦੋਂ ਕਿੱਥੇ ਸੁੱਤਾ ਪਿਆ ਸੀ? ਜਦੋਂ ਜੰਮੂ ਕਸ਼ਮੀਰ ਦੇ 370 ਤੇ ਚੁੱਪ ਕਰਕੇ ਬੈਠੇ ਰਹੇ, ਜਦੋਂ ਇਹ ਨਹੀਂ ਬੋਲੇ। ਇਹਨਾਂ ਦਾ ਵੀ ਡਬਲ ਸਟੈਂਡਰਡ ਹੈ, ਉਦੋਂ ਇਹ ਆਪਦੀ ਇੱਕ ਸਿਰਫ ਮਿਨਿਸਟਰੀ ਲਈ ਬੈਠੇ ਰਹੇ, ਤੇ ਹੁਣ ਇਹ ਕਿਵੇਂ ਕਹਿ ਦੇਣਗੇ? ਤੇ ਸੱਚਮੁੱਚ ਹੀ ਇੱਕ ਸਪੇਸ ਪੈਦਾ ਹੋ ਗਈ ਹੈ ਹੁਣ ਖੇਤਰੀ ਪਾਰਟੀ ਦੀ। ਰਹੀ ਗੱਲ ਜਿਹੜੀ ਤੁਸੀਂ ਅੱਜ ਫੇਰ ਮਨੋਹਰ ਲਾਲ ਖੱਟਰ ਨੇ ਕਹਿਤਾ ਕਿ ਮੈਨੂੰ ਪਾਣੀ ਦਿਓ, ਹੁਣ ਪਾਣੀ SYL ਦਾ ਮਸਲਾ ਚੱਕ ਲਿਆ, ਜੋ ਹੁਣ ਕੇਜਰੀਵਾਲ ਦੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਖੜੀ ਕਰਤੀ ਕਿ ਕੀ ਜਵਾਬ ਦੇਊਗਾ ਕਿ ਹਰਿਆਣਾ ਦੇ ਵਿੱਚ ਜਾ ਕੇ ਜਦੋਂ ਇਲੈਕਸ਼ਨ ਹੋਊਗੀ, ਉਹ ਪੰਜਾਬ ਦੇ ਹਰਿਆਣਾ ਦੇ ਹਿੱਤਾਂ ਦੀ ਗੱਲ ਕਰੂ। ਜੇ ਹਰਿਆਣਾ ਦੇ ਹਿੱਤਾਂ ਦੀ ਗੱਲ ਕਰੂ ਤਾਂ ਨਾ ਚੰਡੀਗੜ੍ਹ ਦੇ ਮਾਮਲੇ 'ਚ, ਨਾ ਹੀ ਜਿਹੜਾ ਹੈ ਪਾਣੀਆਂ ਦੇ ਮਾਮਲੇ 'ਚ ਬੋਲ ਸਕੂਗਾ। ਤੇ ਇਸ ਕਰਕੇ ਪੰਜਾਬ ਦੇ ਵਿੱਚ ਮੈਂ ਬਹੁਤ ਵਾਰ ਕਿਹਾ ਕਿ ਇਹਨਾਂ ਨੇ ਤਾਂ ਕੁਛ ਨਹੀਂ ਕਰਨਾ। ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦੇ ਵਿੱਚ ਭਾਸ਼ਣ ਦੇ ਰਿਹਾ ਸੀ, ਤੇ ਵਿਧਾਨ ਸਭਾ 'ਚ ਭਾਸ਼ਣ 'ਚ ਜੀ ਤੁਸੀਂ ਮੋਰਚਾ ਲਾਓ, ਅਸੀਂ ਤੁਹਾਡੇ ਨਾਲ ਹੈ, ਲੜਾਈ ਲੜੋ। ਕਿਹੜਾ ਮੋਰਚਾ ਲਾ ਲੂ ਇਹਨਾਂ 'ਚ? ਤੁਹਾਡੇ ਵਾਲੇ ਤਾਂ ਤੁਸੀਂ ਤਾਂ ਲੋਕਾਂ ਦੇ ਕਾਂਗਰਸ ਤਾਂ ਨੈਤਿਕ ਤੌਰ ਤੇ ਵੀ ਨਹੀਂ ਬੋਲ ਸਕਦੀ ਇਸ ਮਾਮਲੇ 'ਚ। ਤੁਸੀਂ ਤਾਂ ਸਭ ਕੁਝ ਇਹੀ ਕੀਤਾ, ਖਰਾਬ ਕੀਤਾ ਕੰਮ। ਰਹੀ ਗੱਲ ਜਿਹੜੀ ਮੈਂ ਸਮਝਦਾ ਇਹ ਜਿਹੜੇ ਵਿਧਾਨ ਸਭਾ 'ਚ ਮਤਾ ਪਾਸ ਕਰਕੇ, ਵੱਡੇ ਵੱਡੇ ਭਾਸ਼ਣ ਕਰਕੇ, ਭਾਸ਼ਣਾਂ ਤੋਂ ਬਿਨਾਂ ਉੱਥੇ ਕੁਛ ਨਹੀਂ, ਮਤਿਆਂ ਨਾਲ ਕਦੇ ਕੁਛ ਨਹੀਂ ਹੁੰਦਾ। 7 ਮਤੇ ਹੋ ਚੁੱਕੇ ਨੇ ਚੰਡੀਗੜ੍ਹ ਦੇ, ਮਤਿਆਂ ਨਾਲ ਹੋਣਾ ਨਹੀਂ, ਮੋਰਚਾ ਲੱਗ ਨਹੀਂ ਰਿਹਾ ਕਿਸੇ ਤੋਂ। ਪੰਜਾਬ ਦਾ ਸੱਚਮੁੱਚ ਹੀ ਮਤਲਬ ਹੁਣ ਅਰਦਾਸ ਕਰਨ ਨੂੰ ਦਿਲ ਕਰਦਾ ਵੀ ਕੋਈ ਤਾਂ ਹੋਵੇ ਜਿਹੜਾ ਪੰਜਾਬ ਨੂੰ, ਪੰਜਾਬ ਦੇ ਹਿੱਤਾਂ ਨੂੰ ਬਚਾਉਣ ਦੀ ਗੱਲ ਕਰੇ। ਵਾਲੀਆ ਸਾਹਿਬ, ਇੱਕ ਬੜੀ ਅਜੀਬ ਗੱਲ ਹੈ ਕਿ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ, ਉਹਨਾਂ ਦੀ ਪਾਰਟੀ ਦੀ ਕੰਪੋਜੀਸ਼ਨ ਤੇ ਆਈਡੀਓਲੋਜੀ ਵੱਖਰੀ ਸੀ। ਉਸ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਬਹੁਤ ਗਿਣਤੀ ਨਾਲ ਆਈ, ਇਹਨਾਂ ਦੀ ਕੰਪੋਜੀਸ਼ਨ ਤੇ ਪਾਰਟੀ ਵੱਖਰੀ ਹੈ। ਪਰ ਇਹ ਸਮਝ ਨਹੀਂ ਆਉਂਦਾ ਕਿ ਦੋਨਾਂ ਦਾ ਪੰਜਾਬ ਬਾਰੇ ਜਿਹੜਾ ਐਟੀਟਿਊਡ ਹੈ, ਜਿਹੜਾ ਪੰਜਾਬ ਨੂੰ ਸਨੱਬ ਕਰਨ ਬਾਰੇ, ਜਾਂ ਪੰਜਾਬ ਨੂੰ ਸਾਈਡਲਾਈਨ ਕਰਨ ਬਾਰੇ, ਜਾਂ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਕਹਿਣ ਬਾਰੇ, ਨਸ਼ਈ ਬਣਾਉਣ ਬਾਰੇ, ਪੰਜਾਬ ਦੇ ਪਾਣੀਆਂ ਬਾਰੇ, ਉਸ ਅਪਰੋਚ ਦੇ ਵਿੱਚ 1% ਵੀ ਦੋਨਾਂ ਦੀ ਨੀਤੀ ਦੇ ਵਿੱਚ ਫਰਕ ਕਿਉਂ ਨਹੀਂ? ਕੀ ਇਸ ਦੇ ਪਿੱਛੇ ਸਾਡੀ ਪੰਜਾਬੀਆਂ ਦੀ ਕਮਜ਼ੋਰੀ ਹੈ?
ਕੀ ਇਸ ਦੇ ਪਿੱਛੇ ਜਿਹੜਾ ਤੁਸੀਂ ਦੱਸ ਰਹੇ ਸੀ ਸਾਡੇ ਮੀਡੀਆ ਜਾਂ ਨੇਤਾਵਾਂ ਨੇ ਸਾਡੀ ਗੱਲ ਸਹੀ ਪਰਸਪੈਕਟਿਵ ਦੇ ਵਿੱਚ ਨਹੀਂ ਰੱਖੀ? ਕੀ ਕਾਰਨ ਹੈ ਕਿ ਵਾਰ-ਵਾਰ ਸਮਝਾਉਣ ਤੇ ਵੱਖ-ਵੱਖ ਕਮਿਸ਼ਨ ਬਣਾਉਣ ਦੇ ਬਾਵਜੂਦ ਪੰਜਾਬ ਦੀ ਗੱਲ ਉਹ ਜਾਣ ਕੇ ਵੀ ਸਮਝਣਾ ਨਹੀਂ ਚਾਹੁੰਦੇ? ਇਹਦੇ ਪਿੱਛੇ ਕੀ ਕਾਰਨ ਹੈ? ਦੇਖੋ ਸੰਧੂ ਸਾਹਿਬ, ਮੈਨੂੰ ਜਦੋਂ ਇਹਦੇ ਬਾਰੇ ਮੈਂ ਦੇਖਦਾ ਨਾ, ਇੱਕ ਤਾਂ ਇਹ ਹੈ ਕਿ ਸਾਡੇ ਕੋਲ ਉਨੇ ਵਿਜ਼ਨ ਵਾਲੇ ਮੈਂ ਲੀਡਰ ਜਿਹੜੇ ਨਹੀਂ ਦੇਖ ਰਿਹਾ ਜੀ। ਉਹਨਾਂ ਦੇ ਜਿਹੜੇ ਨਿੱਜੀ ਹਿੱਤ ਬਹੁਤ ਵਾਰ ਅੱਗੇ ਆਉਂਦੇ ਨੇ। ਹੁਣ ਵੀ ਤੁਹਾਡੇ ਸਾਹਮਣੇ ਹੈ, ਜੇ ਮੰਨ ਲਓ ਕਿ ਆਪਾਂ ਜਿਹੜੀ ਗੱਲ ਕਰਦੇ ਵੀ ਅਕਾਲੀਆਂ ਨੇ ਬੜਾ ਜਿਹੜਾ ਹੈ ਜ਼ੋਰਦਾਰ ਢੰਗ ਨਾਲ ਪੰਜਾਬ ਦੇ ਹਿੱਤਾਂ ਨੂੰ ਉਠਾਇਆ, ਕਦੇ ਮੋਰਚਾ ਜਿਹੜਾ ਹੈ ਲੱਗ ਰਿਹਾ ਹੈ ਪੰਜਾਬੀ ਸੂਬੇ ਦਾ, ਕਦੇ ਫਿਰ ਮੋਰਚਾ ਐਮਰਜੈਂਸੀ ਦੇ ਖਿਲਾਫ ਬੋਲੇ, ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਪਰ ਹੁਣ ਉਹ ਗੱਲ ਨਹੀਂ ਰਹੀ। ਹੁਣ ਇਹ ਕਿੱਥੇ ਬੋਲਣਗੇ? ਹੁਣ ਤਾਂ ਵੈਸੇ ਹੀ ਨਹੀਂ ਬੋਲ ਸਕਦੇ। ਬਿਕਰਮ ਜਠਿਆਲੇ ਵੀ ਜੇਲ੍ਹ 'ਚ ਹੈ ਤੇ ਸੈਂਟਰ ਦੇ ਨਾਲ ਕਿੱਥੋਂ ਬੋਲ ਲੈਣਗੇ ਉਹ? ਜਾਣੀ ਇਹਨਾਂ ਦੇ ਛੋਟੇ ਛੋਟੇ ਨਿੱਜੀ ਹਿੱਤ, ਇੱਕ ਤਾਂ ਕਾਂਗਰਸ ਦੇ ਵੀ ਇਸ ਤਰ੍ਹਾਂ ਰਹੇ, ਇਹਨਾਂ ਦੇ ਇੱਕ ਤਾਂ ਨਿੱਜੀ ਹਿੱਤਾਂ ਨੇ ਬੜਾ ਧੋਖਾ ਪੰਜਾਬ ਨਾਲ ਕੀਤਾ, ਸਾਡੇ ਲੀਡਰਾਂ ਨੇ ਧੋਖਾ ਕੀਤਾ। ਦੂਜੀ ਗੱਲ, ਮੈਂ ਜਿਵੇਂ ਤਾਮਿਲਨਾਡੂ 'ਚ MK ਸਟਾਲਿਨ ਜਿਹਦਾ ਪਿਓ ਸੀ, ਉਸ ਤਰ੍ਹਾਂ ਦੀ ਕੋਈ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਣ ਵਾਲੀ ਗੱਲ ਨਹੀਂ ਸੀ। ਤੇ ਜਦੋਂ ਇਹ ਅਕਾਲੀ ਪ੍ਰਕਾਸ਼ ਸਿੰਘ ਬਾਦਲ ਕੋਲ ਆ ਗਈ ਨਾ, ਸ਼੍ਰੋਮਣੀ ਅਕਾਲੀ ਦਲ, ਉਹਨੇ ਤਾਂ ਬਿਲਕੁਲ ਹੀ ਗੜਬੜ ਕਰਤੀ। ਮਤਲਬ ਕੋਈ ਨਾਂ ਵੀ ਨਹੀਂ ਰਹਿਣ ਦਿੱਤਾ, ਸਾਰਾ ਆਪਦਾ ਪਰਿਵਾਰ। ਜਦੋਂ ਇਹ ਪਰਿਵਾਰਕ ਪਾਰਟੀ ਬਣ ਗਈ, ਉਦੋਂ ਬਾਅਦ ਫਿਰ ਜਿਹੜੀ ਹੋਰ ਵੀ ਕਮਜ਼ੋਰੀ ਫੜ ਲਈ ਨਾ ਅਗਲੇ ਨੇ ਕਿ ਇਹਨਾਂ ਨੂੰ ਇੱਕ ਮੰਤਰੀ ਬਣਾਓ ਤੇ ਮਰਜ਼ੀ ਕਰੋ, ਕੀਤੀ ਵੀ ਉਹਨਾਂ ਨੇ ਮਰਜ਼ੀ। ਤਾਂ ਇਸ ਕਰਕੇ ਹੁਣ ਤੋਂ ਸ਼ੁਰੂ ਤੋਂ ਲੈ ਕੇ ਆਪਾਂ ਦੇਖੀਏ, ਇੱਕ ਤਾਂ ਇਹ ਕਾਰਨ ਰਿਹਾ ਕਿ ਸਾਡੇ ਕੋਲ ਸਿੰਸੀਅਰ ਲੀਡਰਸ ਦੀ, ਵੱਡੇ ਲੀਡਰਾਂ ਦੀ ਕਮੀ ਰਹੀ, ਜਿਹੜੇ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕਰਦੇ। ਫਿਰ ਪੰਜਾਬ ਦੀ ਗੱਲ ਕਰਨ ਲਈ ਜਿਹਦਾ ਮੈਂ ਐਗਜ਼ਾਮਪਲ ਦਿੱਤੀ ਹੈ, ਕੋਈ ਪਾਰਟੀ ਸਾਡੇ ਕੋਲ ਨਜ਼ਰ ਨਹੀਂ ਆਈ। ਜਾਂ ਤਾਂ ਇਹ ਕਰਦੇ ਬਿਲਕੁਲ ਸਰਜੀਤ ਸਿੰਘ ਬਰਨਾਲਾ ਜੱਥਿਆ, ਮੈਂ ਉਦੋਂ ਇੱਕ ਆਰਟੀਕਲ ਲਿਖਿਆ ਸੀ ਸੰਧੂ ਸਾਹਿਬ ਜੀ, ਔਰ ਮੈਂ ਇਹ ਕਹਿ ਰਿਹਾ ਸੀ ਕਿ ਇਹ ਬਰਨਾਲੇ ਦੀ ਗੱਲ ਮੰਨੀ ਜਾਣੀ ਚਾਹੀਦੀ ਸੀ। ਉਦੋਂ ਸਾਨੂੰ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਜਾਣਾ ਚਾਹੀਦਾ ਸੀ। ਤੁਹਾਡੇ ਯਾਦ ਹੋਊ ਜਦੋਂ ਇਹਨਾਂ ਨੇ ਬਾਹਰੋਂ ਸਪੋਰਟ ਕੀਤੀ ਸੀ, ਵਾਜਪਾਈ ਦੀ 13 ਦਿਨ ਦੀ ਸਰਕਾਰ ਸੀ। ਜੇ ਅਕਾਲੀ ਦੂਜੇ ਪਾਸੇ ਚਲੇ ਜਾਂਦੇ, ਨਾਲ ਤਾਂ ਦੇਸ਼ ਨੂੰ 13 ਦਿਨ ਦੇ ਬਾਅਦ ਇਲੈਕਸ਼ਨ ਨਾ ਹੋਣ ਦੀ ਥਰਡ ਫਰੰਟ ਦੀਆਂ ਸੰਭਾਵਨਾਵਾਂ ਬਣ ਜਾਣੀਆਂ ਸੀ। ਤੇ ਫਿਰ ਬਾਦਲ ਸਾਹਿਬ ਨਹੀਂ ਨਾ ਹੁਣ, ਫਿਰ ਸਰਜੀਤ ਸਿੰਘ ਬਰਨਾਲਾ ਅੱਗੇ ਆਉਣਾ ਸੀ, ਤੇ ਬਾਦਲ ਨੇ ਹੁਣ ਨਹੀਂ ਦਿੱਤਾ, ਤੇ ਉਹਦਾ ਨਤੀਜਾ ਅਸੀਂ ਹੁਣ ਤੱਕ ਭੁਗਤ ਰਹੇ ਹਾਂ। ਤਾਂ ਫਿਰ ਜੇ ਬਰਨਾਲੇ ਦਾ ਦਾਅ ਲੱਗਿਆ ਸੀ, ਬਰਨਾਲੇ ਨੇ ਆਪ ਦਾ ਨਹੀਂ। ਜੇ 26 ਜਨਵਰੀ 86 ਨੂੰ ਉਹ ਰਿਜ਼ਾਈਨ ਕਰ ਦਿੰਦਾ, ਸਥਿਤੀ ਚੰਡੀਗੜ੍ਹ ਦੀ ਬਿਲਕੁਲ ਵੱਖਰੀ ਹੋਣੀ ਸੀ। ਮੈਂ ਇੱਕ ਦਿਨ ਇੰਟਰਵਿਊ 'ਚ ਪੁੱਛਿਆ ਸੀ, ਮੈਂ ਬਰਨਾਲਾ ਸਾਹਿਬ ਇਹ ਕੀ ਐਡੀ ਕਿਹੜੀ ਗੱਲ ਸੀ? ਉਹਨੇ ਫਿਰ ਉਦੋਂ ਕਿਹਾ, ਇੱਕ ਤਾਂ ਨਾਂ ਲਿਆ ਸੀ ਉਹਨੇ ਬਲਵੰਤ ਸਿੰਘ ਦਾ, ਦੂਜਾ ਤੁਸੀਂ ਹੈਰਾਨ ਹੋ ਗਏ ਹਰਚੰਦ ਸਿੰਘ ਬੈਂਸ ਦਾ, ਵੀ ਇਹੋ ਜਿਹੇ ਬੰਦੇ ਮੇਰੇ ਆਲੇ ਦੁਆਲੇ ਸੀ, ਇਹਨਾਂ ਨੇ ਨਹੀਂ ਮੈਨੂੰ ਹੁਣ ਦਿੱਤਾ। ਯਾਨੀ ਇਹ ਜਿਹੜਾ ਮੈਂ ਉਹੀ ਕਹਿਣਾ ਵੀ ਚਾਹੇ ਉਹਦਾ ਕਾਰਨ ਕੋਈ ਵੀ ਹੋਵੇ, ਇਹ ਸਭ ਨੇ ਆਪਣੇ ਨਿੱਜੀ ਹਿੱਤ ਰੱਖੇ। ਪੰਜਾਬ ਨਾਲ ਮੋਹ ਕਿਸੇ ਨੇ ਨਹੀਂ ਪਾਲਿਆ, ਪੰਜਾਬ ਨਾਲ ਵਫਾ ਨਹੀਂ ਪਾਲੀ ਗਈ ਸਾਡੇ ਲੀਡਰਾਂ ਵੱਲੋਂ। ਇਸ ਕਾਰਨ ਚੰਡੀਗੜ੍ਹ ਵੀ, ਤੇ ਹੁਣ ਜਿਹੜਾ ਕੁਝ ਅੱਗੇ ਹੋਣਾ ਹੈ, ਕਮਾਲ ਤਾਂ ਇਹ ਹੈ ਹੁਣ ਵੀ ਤੁਸੀਂ ਦੇਖ ਲਓ ਕੀ ਹੋ ਰਿਹਾ। ਮਤਲਬ ਜਿਹੜੇ ਚੰਡੀਗੜ੍ਹ ਜਿਹੜੇ ਕਹਿ ਰਹੇ ਨੇ ਜੀ ਵਿਸ਼ੇਸ਼ ਸਿੱਖਾਂ ਨਾਲ ਵਿਸ਼ੇਸ਼ ਪਿਆਰ ਹੈ। ਪਹਿਲੀ ਤਾਂ ਗੱਲ ਹੈ ਸਿੱਖਾਂ ਨਾਲ ਵਿਸ਼ੇਸ਼ ਪਿਆਰ ਇੱਥੋਂ ਪਤਾ ਲੱਗਦਾ ਹੈ। ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅੱਜ ਕੱਲ੍ਹ, ਜੇ ਦਿੱਲੀ ਦੀ ਮੈਟਰੋ ਦੇ ਵਿੱਚ ਇੱਕ ਮੁੰਡੇ ਨੂੰ ਨਹੀਂ ਚੜ੍ਹ ਦਿੱਤਾ ਗਿਆ ਕਿਉਂਕਿ ਉਹਦੇ ਗਾਤਰਾ ਪਾਇਆ ਹੋਇਆ। ਤਾਂ ਇਸ ਕਰਕੇ ਜੇ ਕਹੀਏ ਜੀ, ਜੇ ਕੇਜਰੀਵਾਲ ਨੂੰ ਕਹੀਏ ਵੀ ਤੁਸੀਂ ਕਿਉਂ ਨਹੀਂ ਦਿੱਤਾ, ਵੈਸੇ ਤਾਂ ਕੇਜਰੀਵਾਲ ਵੀ ਕਿੰਨਾ ਕੁ ਪਿਆਰ ਹੈ ਸਿੱਖਾਂ ਨਾਲ। ਇਹ ਵਿਸ਼ੇਸ਼ ਪਿਆਰ ਨਾਲ ਵਾਲੀ ਸਭ ਤੁਹਾਡੀ ਗੱਲ ਵਿੱਚ ਇੱਕ ਗੱਲ ਹੋਰ ਯਾਦ ਆ ਗਈ। ਵਿਧਾਨ ਸਭਾ ਦੇ ਵਿੱਚ ਹਰਭਜਨ ਮਾਨ ਹੋਣਾ ਨੇ ਕਹੀ ਕਿ ਸਿੱਖ ਰੈਜੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਨੌਨ ਸਿੱਖ ਭਰਤੀ ਕਰਨ ਦੀ ਇਜਾਜ਼ਤ ਦਿਓ, ਕਿਉਂਕਿ ਪੰਜਾਬ ਦੇ ਵਿੱਚੋਂ ਫੌਜ ਭਰਤੀ ਹੋਣ ਦੀਆਂ ਯੋਗਤਾਵਾਂ ਪੂਰੇ ਕਰਨ ਵਾਲੇ ਨੌਜਵਾਨ ਨਹੀਂ ਮਿਲ ਰਹੇ। ਇਹ ਵਾਕਈ ਨਹੀਂ ਮਿਲ ਰਹੇ, ਬੜੀ ਅਨਇੰਪਲਾਇਮੈਂਟ ਹੈ। ਹਲੇ ਵੀ ਕਬੱਡੀ ਦੇ ਟੂਰਨਾਮੈਂਟ ਹੋ ਰਹੇ ਹੈ, ਤਕੜੇ ਜੁੱਸਿਆਂ ਵਾਲੇ ਜਿਮ 'ਚ ਜਾਣ ਵਾਲੇ ਜਵਾਨ ਇੱਥੇ ਹੈਗੇ ਆ, ਬਹੁਤ ਸਾਰੇ ਲੋਕ ਭੱਜ ਦੌੜ ਕਰਦੇ ਆ, ਬਹੁਤ ਸਾਰੀਆਂ ਅਕੈਡਮੀਆਂ ਬਣੀਆਂ ਹੋਈਆਂ ਆਰਮੀ 'ਚ ਭਰਤੀ ਹੋਣ ਲਈ। ਇਹ ਕਿਤੇ ਕੋਈ ਜਿਵੇਂ ਪਹਿਲਾਂ ਇੱਕ ਵਾਰੀ ਇਸ ਕਿਸਮ ਦੀ ਗੱਲ ਚੱਲੀ ਸੀ ਤੇ ਕੁਝ ਜਰਨਲ ਨੇ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਇਹ ਠੱਪ ਹੋ ਗਈ ਸੀ। ਕਿਤੇ ਸਿੱਖਾਂ ਨੂੰ ਵਿਸ਼ੇਸ਼ ਕਰਕੇ ਉਹਨਾਂ ਦੀਆਂ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਪਹਿਲਾਂ ਤੋਂ ਮਿਲੀਆਂ ਹੋਈਆਂ ਵਿਸ਼ੇਸ਼ ਚੀਜ਼ਾਂ ਉਹਨਾਂ ਨੂੰ ਨਿਰਵਿਸ਼ੇਸ਼ ਕਰਨ ਵੱਲ ਤਾਂ ਨਹੀਂ ਲਿਜਾ ਰਹੇ? ਨਹੀਂ, ਪਹਿਲੀ ਤਾਂ ਗੱਲ ਇਹ ਨਹੀਂ ਹੈ। ਇਹ ਮੈਂ ਕਿਤੇ ਨਹੀਂ ਇਹ ਬਿਆਨ ਪੜ੍ਹਿਆ ਜੀ, ਪਤਾ ਨਹੀਂ ਕਿੱਥੋਂ ਭਗਵੰਤ ਮਾਨ ਨੇ ਗੱਲ ਕੱਢੀ ਹੈ, ਲੇਕਿਨ ਭਗਵੰਤ ਮਾਨ ਨੇ ਤਾਂ ਦੂਜੀ ਗੱਲ ਵੀ ਕੱਢੀ ਕਿ ਸਾਡੇ ਕੋਲ ਚਿੱਠੀ ਆਈ ਰਾਜਨਾਥ ਸਿੰਘ ਦੀ, ਇਹ ਤੁਸੀਂ ਇੱਕ ਮੈਂਬਰ ਦੋ ਤੁਸੀਂ ਲੋਕ ਸਭਾ 'ਚ
ਸਾਧੂ ਸਿੰਘ ਤੇ ਅਸੀਂ ਦੋ ਤਾਂ ਅਲੱਗ ਸੀ। ਤੁਹਾਡੇ ਕੋਲ ਚਿੱਠੀ ਕਿਵੇਂ ਆ ਗਈ? ਉਦੋਂ ਤੁਸੀਂ ਪੰਜਾਬ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਸੀ? ਕਹਿੰਦੇ ਜੀ ਉਹਨੇ 7.5 ਕਰੋੜ ਮੰਗਿਆ ਪਠਾਨਕੋਟ ਵਾਲੇ ਹਮਲੇ ਪਠਾਨਕੋਟ ਹਮਲੇ ਦਾ। ਬਿਲਕੁਲ। ਮਤਲਬ ਇਹਨਾਂ ਕੋਲ ਕਿਵੇਂ ਆ ਗਈ? ਜੇ ਆਈ ਹੈ ਤਾਂ ਚਲੋ ਵਧੀਆ ਗੱਲ ਹੈ, ਤੁਸੀਂ ਮਾਫ ਕਰਾਤਾ, ਚਲੋ ਸਵਾਲ ਉਠਾਉਣ ਲਈ ਵਧੀਆ ਸੀ। ਇਹਦੇ 'ਚ ਹੁਣ ਕੀ ਕੀਤਾ? 100 ਆਰਮੀ ਸਕੂਲ ਖੁੱਲ੍ਹਣੇ ਨੇ ਤੇ ਉਹਦੇ 'ਚ ਪੰਜਾਬ 'ਚ ਵੀ 21 ਤਾਂ ਹੁਣ ਵੀ ਸ਼ੁਰੂ ਹੋ ਰਹੇ ਨੇ ਜੀ। ਉਹਦੇ 'ਚ ਬੱਚਿਆਂ ਨੂੰ ਉੱਧਰ ਲੈ ਕੇ ਜਾਣ ਲਈ। ਵੈਸੇ ਇੱਕ ਤਾਂ ਓਵਰਆਲ ਹੀ ਜਿਹੜਾ ਲੋਕਾਂ ਦਾ ਆਰਮੀ ਵੱਲੋਂ ਟਰੈਂਡ ਨਹੀਂ ਰਿਹਾ, ਕਿਉਂਕਿ ਲੋਕਾਂ ਨੂੰ ਪਤਾ ਹੈ ਵੀ ਇੱਥੇ ਪੈਸਾ ਘੱਟ ਹੈ, ਜ਼ਿੰਦਗੀ ਜਿਹੜੀ ਸਖਤ ਹੈ। ਇਹਦੇ ਨਾਲੋਂ ਜ਼ਿਆਦਾ ਹੋਰ ਬੜੇ ਜਿੱਥੇ ਪੈਸਾ ਕਮਾ ਸਕਦੇ ਆ, ਜ਼ਿੰਦਗੀ ਇੰਜੋਏ ਕਰ ਸਕਦੇ ਆ। ਦੂਜੀ ਗੱਲ, ਪੰਜਾਬ ਤਾਂ ਸਾਰੇ ਜਿਹੜੇ ਬੰਦੇ ਜਾ ਸਕਦੇ ਸੀ ਅਫਸਰ ਦੇ ਤੌਰ ਤੇ, ਮੈਂ ਫੌਜੀਆਂ ਦੀ ਨਹੀਂ ਗੱਲ ਕਰਦਾ, ਅਫਸਰ ਦੇ ਤੌਰ ਤੇ NDA 'ਚ IMA 'ਚ, ਉਹ ਸਾਰੇ ਪੜ੍ਹ ਲਿਖਣ ਵਾਲੇ ਤਾਂ ਬਾਹਰ ਚਲੇ ਗਏ ਜਾਂ ਬਾਹਰ ਜਾ ਰਹੇ ਨੇ। ਤੀਜੀ ਗੱਲ ਜਿਹੜੀ ਮੈਂ ਸਮਝਦਾ ਉਹ ਜ਼ਿਆਦਾ ਅਹਿਮੀਅਤ ਰੱਖਦੀ ਹੈ, ਜਿਹੜੇ ਵਿਸ਼ੇਸ਼ ਪਿਆਰ ਰੱਖਦੇ ਨੇ। ਮਨਜਿੰਦਰ ਸਿੰਘ ਸਿਰਸਾ ਜਿਹੜਾ ਕਹਿੰਦਾ ਹੈ ਕਿ ਮੈਂ ਸਿੱਖਾਂ ਦੇ ਮਸਲੇ ਹੱਲ ਕਰਾਉਣ ਲਈ ਆਇਆ, ਤਾਂ ਕਰਾਓ ਮਸਲਾ ਹੱਲ। 17% ਹੁੰਦੇ ਸੀ ਸਿੱਖ, ਹੁਣ ਕਹਿੰਦੇ ਜੀ ਪਾਪੂਲੇਸ਼ਨ ਦੇ ਹਿਸਾਬ ਨਾਲ ਰੱਖਾਂਗੇ ਫੌਜ 'ਚ ਤੇ 1.5% ਰਹਿ ਜਾਣਗੇ। ਤੇ ਜਿਹੜੇ 1.5% ਫਿਰ ਕਿੱਥੋਂ ਪੂਰੀ ਹੋ ਜੀ ਨਫਰੀ ਉੱਥੇ? ਬਿਲਕੁਲ। ਗੱਲ ਤਾਂ ਉਹਨਾਂ ਦੀ ਆਪਦੀ ਪਾਲਿਸੀ ਦੀ ਹੈ ਤੇ ਉਹ ਸਮਝਦੇ ਨੇ ਵੀ ਇਹਨਾਂ ਨੂੰ ਨਹੀਂ ਅੱਗੇ ਆਉਣ ਦੇਣਾ। ਅੱਜ ਜੇ ਤੁਸੀਂ ਕਹਿ ਰਹੇ ਹੋ ਵਿਸ਼ੇਸ਼ ਪਿਆਰ ਹੈ ਤਾਂ ਤੁਹਾਡੇ ਤਾਂ ਜੱਜਾਂ ਨੂੰ ਨਹੀਂ ਪਤਾ ਵੀ 5 ਕਕਾਰ ਕੀ ਹੁੰਦੇ ਨੇ, ਮਤਲਬ ਕਿੰਨੇ ਕੁ ਸਿਲੇਬਸਾਂ 'ਚ ਸਿੱਖੀ ਬਾਰੇ ਪਾਇਆ। ਅਮਰੀਕਾ ਦੇ ਵਿੱਚ 14 ਅਪ੍ਰੈਲ ਦੇ ਲਈ ਕਿ ਇਹਨੂੰ ਸਿੱਖ ਦਿਵਸ ਮਨਾਇਆ ਜਾਵੇ ਤੇ ਉੱਥੇ ਤਾਂ ਮਤਾ ਪੇਸ਼ ਹੁੰਦਾ। ਸਾਡੇ ਲੋਕਾਂ ਨੂੰ ਨਹੀਂ ਪਤਾ ਵੀ ਇਹ ਕੀ ਹੈ। ਜਿਹੜਾ ਪੁਲਿਸ ਵਾਲਾ ਉੱਥੇ ਝਿੜਕ ਰਿਹਾ ਮੁੰਡੇ ਨੂੰ ਵੀ ਇਹ ਨਹੀਂ, ਤੂੰ ਇਹ ਪਾ ਕੇ ਨਹੀਂ ਜਾ ਸਕਦਾ, ਇਹ ਵੈਪਨ ਹੈ, ਉਹਨੂੰ ਇਹ ਨਹੀਂ ਪਤਾ ਵੀ ਇਹ ਕੀ ਹੈ ਜਾਂ ਇਹ ਜ਼ਰੂਰੀ ਹਿੱਸਾ ਜਾਂ ਨਹੀਂ ਹੈ। ਤਾਂ ਇਹ ਸਾਰੀਆਂ ਗੱਲਾਂ, ਇਹ ਵਿਸ਼ੇਸ਼ ਪਿਆਰ ਕਰ ਰਹੇ ਸਾਡੇ ਪ੍ਰਧਾਨ ਸੇਵਕ, ਜਿਨ੍ਹਾਂ ਬਾਰੇ ਸਾਡੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਉੱਥੇ ਜਾਂਦੇ ਨੇ, ਸਾਡੇ ਵੱਡੇ ਵੱਡੇ ਪ੍ਰੋਫੈਸਰ ਉੱਥੇ ਜਾਂਦੇ ਨੇ, ਜਾ ਕੇ ਉਹਨਾਂ ਦੇ ਦਰਬਾਰ 'ਚ, ਸੰਤ ਵੀ ਉੱਥੇ ਉਹਨਾਂ ਦੇ ਦਰਬਾਰ 'ਚ ਹਾਜ਼ਰੀ ਲਾਉਂਦੇ ਨੇ। ਉਹਨਾਂ ਨੂੰ ਕਹੋ ਹਾਜ਼ਰੀਆਂ ਵੀ ਲਵਾਓ ਤੇ ਆਹ ਕੀ ਹੋ ਰਿਹਾ। ਤੇ ਇਸ ਤਰ੍ਹਾਂ ਮਸਲਾ ਚੰਡੀਗੜ੍ਹ ਦਾ ਵੀ ਹੱਲ ਕਰਾ ਲਓ। ਜੇ ਤੁਸੀਂ ਕਹਿੰਦੇ ਹੋ ਕਿ ਮਸਲੇ ਅਸੀਂ ਚੰਡੀਗੜ੍ਹ ਦੇ ਹੱਲ ਕਰਾਉਣੇ ਨੇ, ਤੇ ਚੰਡੀਗੜ੍ਹ ਦਾ ਮਸਲਾ ਤਾਂ ਉਹਨਾਂ ਨੇ ਤਾਂ ਨਾਲ ਦੀ ਨਾਲ ਇੱਕ ਨਵਾਂ ਮਸਲਾ ਖੜਾ ਕਰਤਾ। ਤੇ ਮਸਲੇ ਪੰਜਾਬ ਦੇ ਕੋਲ ਇਕੱਲਾ ਹੀ ਨਹੀਂ ਹੈ, ਮਸਲਾ ਕੇਜਰੀਵਾਲ ਵੀ ਬਹੁਤ ਵੱਡਾ ਹੈ ਤੇ ਕੇਜਰੀਵਾਲ ਦੇ ਹੋਰ ਨਿਸ਼ਾਨੇ ਨੇ, ਪੰਜਾਬ ਦੇ ਹੋਰ ਹਿੱਤ ਨੇ। ਕੇਜਰੀਵਾਲ ਦੇ ਹਿੱਤ ਤੇ ਪੰਜਾਬ ਦੇ ਹਿੱਤ ਟਕਰਾਉਣਗੇ ਤੇ ਉੱਥੇ ਭਗਵੰਤ ਮਾਨ ਕੀ ਕਰੂ? ਭਗਵੰਤ ਮਾਨ ਜਿਵੇਂ ਹੁਣ ਚੁੱਪ ਕਰਕੇ ਬੈਠ ਗਿਆ, ਜਿਵੇਂ ਰਾਜ ਸਭਾ ਦੇ ਮਾਮਲੇ 'ਚ ਆਪਾਂ ਦੇਖ ਲਾਂਗੇ ਜੁਲਾਈ 'ਚ 2 ਹੋਰ ਜਾਣੇ ਨੇ ਕਿ ਕਿਹੜੀ ਬੀਬੀ ਖਾਲੜਾ ਨੂੰ ਭੇਜ ਰਹੇ ਨੇ ਤੇ ਕਿਹੜੇ ਇਹ ਸੁਰਜੀਤ ਪਾਤਰ ਵਰਗੇ ਕਿਸੇ ਵੱਡੇ ਨਾਂ ਨੂੰ ਭੇਜ ਰਹੇ ਨੇ। ਇਸ ਤਰ੍ਹਾਂ ਨਹੀਂ ਹੈ। ਤੇ ਮਤਲਬ ਹਾਲਾਤ ਕੋਈ ਜ਼ਿਆਦਾ ਠੀਕ ਨਹੀਂ, ਇਹ ਸਮਝਣਾ ਚਾਹੀਦਾ ਸਾਡੀ ਇਸ ਪੰਜਾਬੀ ਕੌਮ ਨੂੰ। ਆਖਰ 'ਚ ਵਾਲੀਆ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਕਿ ਆਉਣ ਵਾਲੇ ਹਫਤੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹੜੇ-ਕਿਹੜੇ 3 ਪ੍ਰਮੁੱਖ ਮੁੱਦੇ ਆ ਜਿਹੜੇ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਰਗਰਮ ਰਹਿਣਗੇ? ਦੇਖੋ, ਮੈਨੂੰ ਇਹ ਲੱਗਦਾ ਕਿ ਜਿਹੜੇ ਪੰਜਾਬ ਦਾ ਹੁਣ ਪਹਿਲੀ ਤਾਂ ਗੱਲ ਹੈ ਵੀ ਇਕੱਲਾ ਆਪਾਂ ਜਿਹੜੀ ਸੱਤਾ ਦੀ ਗੱਲ ਕਰੀ ਜਾਂਦੇ ਹਾਂ, ਹਾਂਜੀ, ਜਿਹੜਾ ਕਾਟੋਕਲੇਸ਼ ਉਹਨਾਂ ਦਾ ਨਹੀਂ ਖਤਮ ਹੋਇਆ। 2 ਵਿਧਾਨ ਸਭਾ ਦੇ ਸੈਸ਼ਨ ਆ ਗਏ, ਉਹਨਾਂ ਜਿਹੜੇ 18 ਬੰਦੇ ਨੇ ਉਹਨਾਂ 'ਚ ਇੱਕ ਲੀਡਰ ਨਹੀਂ ਚੁਣ ਸਕੇ ਉਹ। ਬਿਲਕੁਲ। ਜਿਹੜੀ ਉਹਨਾਂ ਦਾ ਕੱਲ ਫਿਰ ਪਟਿਆਲੇ 'ਚ ਕੱਟ ਸੀ ਤੇ ਜਿਹੜਾ ਬੰਦਾ ਕਦੇ ਉਹ ਨਿਕਲਿਆ ਨਹੀਂ ਸੀ, ਜਿਹੜਾ ਤੂੰ ਤੜਾਕ ਤੋਂ ਬਿਨਾਂ ਨਹੀਂ ਬੋਲਦਾ ਸੀ, ਉਹ ਹੁਣ ਕਹਿੰਦਾ ਕਿ ਮੈਂ ਬਹੁਤ ਸਰਗਰਮ ਹਾਂ ਤੇ ਮੈਂ ਨਵਾਂ ਮਾਡਲ ਲੈ ਕੇ ਆਊਂਗਾ। ਤੇ ਜਿਹਦੇ ਬਾਰੇ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਸੈਸ਼ਨ 'ਚ ਕਿਹਾ ਆਪਦੇ ਨਾਂ ਤੇ ਮਾਡਲ ਬਣਾਈ ਬੈਠਾ। ਤੇ ਉਹ ਇੱਕ ਤਾਂ ਕਾਂਗਰਸ ਜਿਹੜੀ ਹੈ, ਮੈਨੂੰ ਲੱਗਦਾ ਅਗਲੇ ਹਫਤੇ ਦੇ ਵਿੱਚ ਇਹ ਫੈਸਲਾ ਹੋ ਜਾਣਾ ਚਾਹੀਦਾ ਕਿ ਇਹਦਾ ਪ੍ਰਧਾਨ ਕੌਣ ਹੋਊਗਾ ਤੇ ਕੀ ਹੋਊਗਾ। ਇਹ ਵੀ ਬਹੁਤ ਇੰਪੋਰਟੈਂਟ ਗੱਲ ਆਉਣ ਵਾਲੀ ਮੇਰੇ ਹਿਸਾਬ ਨਾਲ ਅਗਲੇ ਹਫਤੇ 'ਚ ਰਹੇਗੀ। ਦੂਜੀ ਗੱਲ ਜਿਹੜੀ, ਜਿਵੇਂ ਜਿਸ ਤਰ੍ਹਾਂ ਮਸਲੇ ਪੰਜਾਬ 'ਚ ਉੱਠ ਰਹੇ ਨੇ, ਉਹਨਾਂ ਮਸਲਿਆਂ ਤੇ ਹੁਣ ਤੁਸੀਂ ਦੇਖੋ, ਅੱਜ ਹੀ ਦੇਖ ਲਓ ਕਿਸਾਨਾਂ ਦੇ ਮਸਲੇ ਦੇ ਬਾਅਦ 3 ਮਸਲੇ ਕਿਸਾਨਾਂ ਦੇ ਹੁੰਦੇ, ਉਹਨਾਂ ਨੂੰ ਕੌਣ ਐਡਰੈਸ ਕਰੂ ਜੀ? ਅਗਲੇ ਹਫਤੇ ਕਿਤੇ ਹੋਰ ਵਧਣਗੇ। ਪਹਿਲਾ ਮਸਲਾ ਅਗਰਾਹਾਂ ਗਰੁੱਪ ਬੈਠਾ ਮੁਕਤਸਰ ਸਾਹਿਬ, ਉਹ ਕਹਿੰਦਾ DSP DC ਤੇ SDM ਜਿਨ੍ਹਾਂ ਨੇ ਲਾਠੀ ਚਾਰਜ ਕੀਤਾ ਉਹਨਾਂ ਦੇ ਕੇਸ ਚਲਾਓ, ਜਿਹੜੇ ਕਿਸਾਨਾਂ ਦੇ ਕੇਸ ਵਾਪਸ ਕੀਤੇ ਨੇ ਉਹ ਵਾਪਸ ਲਓ ਤੇ ਨਾਲ ਮੁਆਵਜ਼ਾ ਦਿਓ। ਉਹ ਮਸਲਾ ਵੱਧ ਸਕਦਾ ਹੈ। ਸੂਬਾ ਪੱਧਰੀ ਉਹਨਾਂ ਨੇ ਉੱਥੇ ਜਿਹੜੇ ਧਰਨਾ ਦਿੱਤਾ। ਫਿਰ ਦੂਜਾ ਮਸਲਾ, ਜਿਹੜੇ ਮੀਟਰ ਲੱਗੇ ਨੇ ਸਮਾਰਟ ਮੀਟਰ, ਉਹ ਪੰਜਾਬ ਭਗਵੰਤ ਮਾਨ ਲਈ ਵੀ ਖੜਾ ਹੋ ਜਾਣਾ ਮਸਲਾ। ਉਹਨਾਂ ਨੇ ਕੱਲ੍ਹ ਫਤਿਹਗੜ੍ਹ ਸਾਹਿਬ ਦੇ ਵਿੱਚ ਲਾਉਣੇ ਸ਼ੁਰੂ ਕਰਤੇ। ਕਿਸਾਨ ਕਹਿੰਦੇ ਲਾ ਕੇ ਜਾਓਗੇ ਅਸੀਂ ਲਾ ਦਾਂਗੇ, ਅਸੀਂ ਨਹੀਂ ਲਵਾਉਂਦੇ। ਇਹ ਇੱਕ ਮਸਲਾ, ਉੱਧਰੋਂ ਪੈਸਾ ਨਹੀਂ ਆਉਣਾ। ਬਿਜਲੀ ਜਿਹੜੀ ਹੈ ਸੰਕਟ, ਪੈਸੇ ਪਹਿਲਾਂ ਹੀ ਨਹੀਂ ਹੈ, ਕੋਲਾ ਖਤਮ ਹੋ ਰਿਹਾ, ਬਿਜਲੀ ਸੰਕਟ ਖੜਾ ਹੋ ਜਾਣਾ। ਗਰਮੀ 122 ਸਾਲ 'ਚ ਜਿੰਨੀ ਗਰਮੀ ਨਹੀਂ ਪਈ ਸੀ, ਰਿਕਾਰਡ ਗਰਮੀ ਜਿਹੜੀ ਆ ਪਈ ਹੈ ਮਾਰਚ ਦੇ ਮਹੀਨੇ 'ਚ। ਅਪ੍ਰੈਲ ਦੇ ਵਿੱਚ ਗਰਮੀ ਪੈਣ ਦੀ ਸੰਭਾਵਨਾ ਹੈ।
ਤੋ ਇਹ ਇੱਕ ਤਾਂ ਚਲੋ ਮੰਨ ਲਓ ਹੁਣ ਸੀਸੀਐਲ ਦੀ ਕਿਸ਼ਤ ਤਾਂ ਮਿਲ ਗਈ, ਲੇਕਿਨ ਕਣਕ ਹਾਲੇ ਆਉਣੀ ਆ, ਕਣਕ ਅਗਲੇ ਹਫਤੇ ਆਊ। ਹਾਲੇ 2 ਦਿਨਾਂ 'ਚ 66 ਟਨ ਕਣਕ ਆਈ ਹੈ ਸਾਰੀ, ਤੇ ਕਣਕ ਨੇ ਆਉਣਾ ਹੈ। ਤੇ ਜਿਹੜਾ ਮੈਨੂੰ ਲੱਗਦਾ ਕਿ ਇੱਕ ਵੱਡਾ ਮਸਲਾ ਹੋਰ ਸਾਡੇ ਸਾਹਮਣੇ ਹੈ, ਜਿਹਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੋਵੇਗਾ। ਭਗਵੰਤ ਮਾਨ ਨੂੰ ਜਿੰਨਾ ਮਰਜ਼ੀ ਕਹੀ ਚੱਲੇ, ਭਗਵੰਤ ਮਾਨ ਦੇ ਸਾਹਮਣੇ ਜਿਹੜਾ ਇਹ ਬੈਠੇ ਟੈਂਕੀਆਂ ਤੇ ਚੜੇ ਬੈਠੇ ਨੇ ਨਾ, ਇਹ ਮਸਲਾ ਅੱਗੇ ਵਧੂਗਾ ਜੀ। ਹੁਣ ਸੰਗਰੂਰ ਦੇ ਵਿੱਚ ਉਹਨਾਂ ਦੇ ਕੋਲ ਉਹਨਾਂ ਦਾ ਤਰਕ ਹੈ, ਉਹਨਾਂ ਕੋਲ ਕਿ ਸਾਨੂੰ, ਅਸੀਂ ਜੁਆਇਨਿੰਗ ਲੈਟਰ ਤੇ ਬੈਠੇ ਹਾਂ, ਲਾਸਟ ਸਟੇਜ ਤੇ ਬੈਠੇ ਹਾਂ, ਤੁਸੀਂ ਸਾਨੂੰ ਮਿਲਦੇ ਨਹੀਂ। ਜਿਹੜੀ ਤੁਸੀਂ ਇੱਕ ਕਮਾਲ ਦੇਖੋ, ਜਿਹੜਾ ਬੰਦਾ, ਮੈਂ ਕਿੰਨੇ ਵਾਰੀ ਇੰਟਰਵਿਊ ਕੀਤੀ, ਇੱਕ ਵਾਰੀ ਤਾਂ ਤੁਸੀਂ ਵੀ ਨਾਲ ਸੀ ਜੀ ਜੀ। ਤੇ ਜਿਸ ਤਰ੍ਹਾਂ ਦੇ ਹਾਲ 'ਚ ਭਗਵੰਤ ਮਾਨ ਆਪਣੇ ਨਾਲ ਗੱਲ ਕਰ ਰਿਹਾ ਸੀ, ਤਾਂ ਉਹ ਬੰਦਾ ਹੁਣ ਪ੍ਰੈਸ ਦੇ ਸਾਹਮਣੇ ਨਹੀਂ ਆਉਂਦਾ। ਉਹ ਸਿਰਫ ਆਪਦਾ ਇੱਕ ਵੀਡੀਓ ਬਣਾਉਂਦਾ ਹੈ ਤੇ ਆਪਣੀ ਗੱਲ ਕਹਿ ਕੇ ਅੱਗੇ ਤੁਰ ਜਾਂਦਾ ਹੈ। ਤਾਂ ਉਹ ਜਿਹੜੀਆਂ ਸਾਰੀਆਂ ਗੱਲਾਂ ਨੇ, ਉਹਨਾਂ ਦੇ ਜਿਹੜੇ ਦੂਜੇ ਪੱਖ ਨੇ, ਕਾਨੂੰਨੀ ਪੱਖ ਨੇ, ਈਵਨ ਜਿਹੜੇ ਡਿਪੂ ਹੋਲਡਰ ਨੇ ਜਿਹੜੀ ਇਹ ਗੱਲ ਕੀਤੀ ਹੈ, ਇਹ ਵੀ ਮਸਲਾ ਬਣ ਸਕਦਾ ਹੈ। ਸੋ ਮੈਨੂੰ ਲੱਗਦਾ ਕਿ ਮਸਲੇ ਵੱਡੇ ਨੇ, ਪੈਸਾ ਜਿਹੜਾ ਹੈ ਨਹੀਂ ਹੈ, ਪੈਸੇ ਤੋਂ ਬਿਨਾਂ ਜਿਹੜਾ ਸੰਕਟ ਹੱਲ ਨਹੀਂ ਹੋਣਾ, ਤੇ ਕਿੱਥੋਂ ਗਰੰਟੀਆਂ ਪੂਰੀਆਂ ਹੋਣਗੀਆਂ। ਅਸੀਂ ਤਾਂ ਹਰ ਰੋਜ਼ ਯਾਦ ਕਰਾ ਦਿੰਦੇ ਹਾਂ, ਇਹੀ ਕੰਮ ਸੰਧੂ ਸਾਹਿਬ ਹੁੰਦਾ ਮੀਡੀਆ ਦਾ, ਉਹ ਯਾਦ ਕਰਾ ਰਹੇ। ਬਹੁਤ ਬਹੁਤ ਧੰਨਵਾਦ ਵਾਲੀਆ ਸਾਹਿਬ। ਮੈਨੂੰ ਉਮੀਦ ਹੈ ਕਿ ਜਿਹੜੇ ਇਸ ਹਫਤੇ ਦੇ ਪ੍ਰਮੁੱਖ ਮੁੱਦੇ ਹੈ, ਉਹਨਾਂ ਤੇ ਵਾਲੀਆ ਸਾਹਿਬ ਨੇ ਵਿਸਤਾਰ 'ਚ ਰੌਸ਼ਨੀ ਪਾਈ। ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਮੁੱਦੇ ਬਣਦੇ ਹੈ, ਉਹਨਾਂ ਬਾਰੇ ਸਰਕਾਰ ਦਾ, ਵਿਰੋਧੀ ਧਿਰਾਂ ਦਾ, ਪਬਲਿਕ ਦਾ ਕੀ ਓਪੀਨੀਅਨ ਹੈ, ਇਹਦੇ ਬਾਰੇ ਫਿਰ ਗੱਲਬਾਤ ਕਰਾਂਗੇ। ਧੰਨਵਾਦ। ਸ਼ੁਕਰੀਆ।